ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਦੁਤੀ ਗੁਰੂ ਨਾਨਕ ਦੇਵਾ। ਓੰਕਾਰ ਗੁਰ ਅੰਗਦ ਅਭੇਵਾ। ਸਤਨਾਮ ਗੁਰ ਅਮਰ ਪਿਆਰੇ। ਕਰਤਾ ਰਾਮਦਾਸ ਨਿਰਵਾਰੇ। ਪੁਰਖ ਗੁਰੂ ਅਰਜਨ ਸੁਖਦਾਨੀ। ਨਿਰਭਉ ਹਰਿ ਗੋਬਿੰਦ ਗੁਣ ਖਾਨੀ। ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ। ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਏ। ਸਹਿ ਭੰਗ ਸ੍ਰੀ ਦਸ਼ਮੇਸ਼ ਸਹਾਏ। ਗੁਰ ਪ੍ਰਸਾਦ ਗੁਰੂ ਗ੍ਰੰਥ ਗਿਆਨਾ। ਵਾਹਿਗੁਰੂ ਬੰਧਨ ਭਗਵਾਨਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ ਮੇਰਾ। ਜਾਣੇ ਮੇਰਾ ਜੀ ਕੋਈ ਨਾਮ ਨਾ ਜਾਣੇ ਮੇਰਾ। ਨਾਮ ਨਾ ਜਾਣੇ ਮੇਰਾ। ਨਾਮ ਨਾ ਜਾਣੇ ਮੇਰਾ। ਨਾਮ ਨਾ ਜਾਣੇ ਮੇਰਾ। ਕੋਈ ਨਾਮ ਨਾ ਜਾਣੇ ਮੇਰਾ। ਨਾਮ ਨਾ ਜਾਣੇ ਮੇਰਾ। ਕੋਈ ਨਾਮ ਨਾ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਮ ਨਾ ਜਾਣੇ ਮੇਰਾ। ਤੂੰ ਮਿਸਰੈ ਤਾਂ ਸਭ ਕੋ ਲਾਗੂ। ਚੀਤਾ ਵੈ ਤਾਂ ਸੇਵਾ। ਅਵਰ ਨਾ ਕੋ ਦੂਜਾ ਸੂਝੈ। ਸੱਚ ਅਲਖ ਭੇਵਾ।
ਚੀਤ ਆਵੈ ਤਾਂ ਸਦਾ ਦਿਆਲਾ, ਲੋਗਣ ਕਿਆ ਵਿਚਾਰੇ। ਬੁਰਾ ਭਲਾ ਕਹੋ ਕਿਸਨੂੰ ਕਹੀਐ, ਸਗਲੇ ਜੀ ਤੁਮਾਰੇ। ਤੇਰੀ ਟੇਕ ਤੇਰਾ ਆਧਾਰਾ, ਹਾਥ ਦੇ ਤੂੰ ਰਾਖੈਂ। ਜਿਸ ਜਨ ਉਪਰ ਤੇਰੀ ਕਿਰਪਾ, ਤਿਸਨੂੰ ਵਿਪਨ ਕੋ ਭਾਖੈ। ਉਹ ਸੁਖ ਓਹਾ ਵਡਿਆਈ, ਜੋ ਪ੍ਰਭ ਜੀ ਮਨ ਭਾਣੀ। ਤੂੰ ਦਾਨਾ ਤੂੰ ਸਦ ਮਿਹਰਬਾਨਾ, ਨਾਮ ਮਿਲੈ ਰੰਗ ਬਾਣੀ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਕਹੋ ਨਾਨਕ ਕੋਈ ਨਾਮ ਨਾ ਜਾਣੇ ਮੇਰਾ। ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਦੂਰੋਂ ਨੇੜਿਓਂ ਚੱਲ ਕੇ ਉਦਮ ਪ੍ਰਸ਼ਾਰਥ ਕਰਕੇ, ਮਨ ਵਿੱਚ ਸ਼ਰਧਾ ਤੇ ਪ੍ਰੇਮ ਲੈ ਕੇ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਤੇ ਪਹੁੰਚ ਕੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕਾਫੀ ਸਮੇਂ ਤੋਂ ਤੁਰਕੀ ਬਾਣੀ, ਰੱਬੀ ਬਾਣੀ, ਅਲਾਹੀ ਬਾਣੀ, ਖਸਮ ਕੀ ਬਾਣੀ, ਗੋਬਿੰਦ ਕੀ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡਵਰ ਨ ਕੋਇ। ਪਾਪ ਨਾਸ਼ਕ ਅਤੇ ਸ਼ਾਂਤਦਾਇਕ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਸਾਡੇ ਤੋਂ ਪਹਿਲਾਂ ਭਾਨਰੀ ਵਾਲੇ ਮਹਾਂਪੁਰਸ਼ ਬਾਬਾ ਹਰੀ ਸਿੰਘ ਜੀ, ਬਾਬਾ ਜੰਗ ਸਿੰਘ ਜੀ, ਉਹਨਾਂ ਤੋਂ ਆਪ ਜੀ ਨੇ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਬਾਕੀ ਜੋ ਰਹਿੰਦਾ ਸਮਾਂ ਹੈ ਉਹਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰ ਕੀਆਂ ਕਥਾ ਕਹਾਣੀਆਂ ਕਰਕੇ ਅਤੇ ਸੁਣ ਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾਉਣਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਇਹ ਸਾਵਣ ਦਾ ਮਹੀਨਾ ਚੱਲ ਰਿਹਾ ਹੈ। ਤਕਰੀਬਨ ਅੱਜ 9 ਸਾਵਣ ਹੈ। ਸਾਵਣ ਉਹਨੂੰ ਕਹਿੰਦੇ ਨੇ ਕਿ ਇੱਕ ਰੋਜ਼ 100 ਛਰਲਾਟਾ ਮੀਂਹ ਦਾ ਪਵੇ, 100 ਬਾਰਿਸ਼ ਪਵੇ ਰੋਜ਼। ਭਾਵੇਂ ਇਨਸਾਨ ਨੇ ਕੁਦਰਤ ਨਾਲ ਛੇੜਛਾੜ ਕਰਕੇ ਕਦੇ ਝੜੀਆਂ ਨਹੀਂ ਲੱਗਦੀਆਂ, ਕਦੇ ਸਾਉਣ ਨਹੀਂ ਬਣਿਆ ਹੁਣ, ਕਿਉਂਕਿ ਅੱਜ ਪੜ੍ਹਿਆ ਲਿਖਿਆ ਹੋਣ ਕਰਕੇ ਸਿਆਣਾ ਘੱਟ ਹੈ ਅਤੇ ਮੂਰਖ ਜ਼ਿਆਦਾ ਹੈ। ਇਹਨਾਂ ਦਿਨਾਂ ਵਿੱਚ ਬਾਰਿਸ਼ਾਂ ਬਹੁਤ ਹੁੰਦੀਆਂ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਹ ਸਾਵਣ ਦਾ ਮਹੀਨਾ ਕਈਆਂ ਵਾਸਤੇ ਸੁਖ ਰੂਪ ਹੁੰਦਾ ਹੈ ਅਤੇ ਕਈਆਂ ਵਾਸਤੇ ਦੁੱਖ ਰੂਪ ਹੁੰਦਾ ਹੈ। ਨਾਨਕ ਸਾਵਣ ਜੇ ਵਸੈ ਚਹੁ ਉਮਾਹਾ ਹੋਏ, ਨਾਗਾ ਮਿਰਗਾਂ ਮੱਛੀਆਂ ਰੱਸੀਆਂ ਘਰ ਤਨ ਹੋਏ। ਇਹਨਾਂ ਚਾਰਾਂ ਵਾਸਤੇ ਸਾਉਣ ਦਾ ਮਹੀਨਾ ਬਾਰਿਸ਼ ਹੈ ਜਿਹੜੀ ਸੁਖਦਾਈ ਹੁੰਦੀ ਹੈ। ਜਿਹੜੇ ਨਾਗ ਨੇ ਇਹ ਰੀਂਗ ਕੇ ਤੁਰਦੇ ਆ, ਇਹਦੇ ਪੈਰ ਨਹੀਂ ਹੁੰਦੇ, ਇਹਨੂੰ ਸਾਰਾ ਸਰੀਰ ਖਿੱਚ ਕੇ ਤੁਰਨਾ ਪੈਂਦਾ ਅਤੇ ਜਦੋਂ ਬਾਰਿਸ਼ ਪੈਂਦੀ ਪਾਣੀ ਵਿੱਚ ਇਹਨੂੰ ਚੱਲਣਾ ਸੌਖਾ ਹੁੰਦਾ। ਨਾਗਾਂ ਮਿਰਗਾਂ, ਜਿਹੜੇ ਮਿਰਗ ਨੇ, ਬਾਰਿਸ਼ ਪੈਂਦੀ ਹੈ ਫਿਰ ਹਵਾ ਚੱਲਦੀ ਹੈ। ਇਹਨਾਂ ਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਉਹ ਸੁਗੰਧੀ ਆਉਂਦੀ ਹੈ ਇਹਨੂੰ ਕਸਤੂਰੀ ਦੀ ਮਿਰਗ ਨੂੰ, ਉਹਨੂੰ ਲੱਭਣ ਵਾਸਤੇ ਜੰਗਲਾਂ 'ਚ ਦੌੜਦਾ ਹੈ। ਇਹਨੂੰ ਭਰਮ ਹੁੰਦਾ ਹੈ ਕਿ ਇਹ ਸੁਗੰਧੀ ਕਿਤੋਂ ਬਾਹਰੋਂ ਆ ਰਹੀ ਹੈ। ਜਿਵੇਂ ਸਾਰੀ ਦੁਨੀਆ ਸੁੱਖ ਲੱਭਣ ਤੁਰੀ ਹੋਈ ਹੈ, ਕੋਈ ਦੇਸ਼ਾਂ 'ਚ ਸੁੱਖ ਲੱਭਦਾ ਹੈ, ਕੋਈ ਵਿਦੇਸ਼ਾਂ 'ਚ ਸੁੱਖ ਲੱਭ ਰਿਹਾ ਹੈ, ਪਰ ਮਹਾਰਾਜ ਕਹਿੰਦੇ ਸੁੱਖ ਤਾਂ ਤੇਰੇ ਅੰਦਰ ਹੈ, ਤੂੰ ਬਾਹਰ ਲੱਭਦਾ ਫਿਰਦਾ ਹੈ। ਅੰਦਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਧ ਫਿਰੈ ਬੇਤਾਲੇ। ਜਦ ਉਹ ਥੱਕ ਜਾਂਦਾ ਹੈ, ਧਰਤੀ 'ਤੇ ਲਿਟ ਜਾਂਦਾ ਹੈ, ਉਹਦੀ ਲੰਮੀ ਗਰਦਨ ਹੈ, ਉਹਦੀਆਂ ਨਾਸਕਾਂ ਮੁੜ ਕੇ ਨਾਭੀ ਨਾਲ ਲੱਗ ਜਾਂਦੀਆਂ, ਉੱਥੇ ਮਹਿਬ ਹੋਇਆ ਪਿਆ ਰਹਿੰਦਾ। ਨਾਗਾਂ ਮਿਰਗਾਂ ਮੱਛੀਆਂ, ਮੱਛੀ ਦਾ ਤਾਂ ਜੀਵਨ ਹੀ ਪਾਣੀ ਹੈ। ਜਿੰਨਾ ਜ਼ਿਆਦਾ ਪਾਣੀ ਹੁੰਦਾ ਮੱਛੀ ਓਨੀ ਖੁਸ਼ ਰਹਿੰਦੀ। ਰੱਸੀਆਂ ਘਰ ਤਨ ਹੋਏ, ਜਿਹੜੇ ਜ਼ਬਾਨ ਦੇ ਰੱਸੀਏ ਨੇ, ਜਦ ਬਾਰਿਸ਼ ਪੈਂਦੀ ਹੈ ਮੌਸਮ ਠੰਡਾ ਹੁੰਦਾ ਫਿਰ ਉਹ ਜ਼ਬਾਨ ਦੇ ਸਵਾਦ ਪੂਰੇ ਕਰਨ ਵਾਸਤੇ ਕਿਸੇ ਜੀਵ ਦਾ ਗਲ ਵੱਢਦੇ ਨੇ, ਸ਼ਰਾਬਾਂ ਪੀਂਦੇ ਨੇ। ਉਹਨਾਂ ਵਾਸਤੇ ਵੀ ਸਾਉਣ ਦਾ ਮਹੀਨਾ ਗੁਰੂ ਮਹਾਰਾਜ ਕਹਿੰਦੇ ਸੁੱਖ ਰੂਪ ਹੈ ਅਤੇ ਦੁਖਦਾਈ ਕਿਹਨਾਂ ਨੂੰ ਹੈ? ਨਾਨਕ ਸਾਵਣ ਜੇ ਵਸੈ ਚਹੁ ਵਿਛੋੜਾ ਹੋਏ, ਗਾਈ ਪੂਤਾਂ ਨਿਰਧਨਾ ਪੰਥੀ ਚਾਕਰ ਹੋਏ। ਗਾਈ ਪੂਤਾਂ ਜਿਹੜੇ ਗੋਕੇ ਪਸ਼ੂ ਨੇ,
ਆ ਹੋਣ ਵਾਲੇ ਗੋਕੇ ਤਾਂ ਛੱਪੜਾਂ 'ਚ ਨਹਾਉਂਦੇ ਫਿਰਦੇ ਐ। ਜਿਹੜੇ ਪਹਿਲਾਂ ਗੋਕੇ ਹੁੰਦੇ ਸੀ ਆਪਣੇ, ਉਹ ਪਾਣੀ 'ਚ ਪੈਰ ਨਹੀਂ ਸੀ ਧਰਦੇ ਹੁੰਦੇ, ਬਾਹਰ ਖੜ੍ਹ ਕੇ ਪਾਣੀ ਪੀਂਦੇ ਸੀ। ਬਾਰਿਸ਼ ਪੈਣ ਲੱਗ ਜਾਣੀ, ਮੱਖੀ ਮੱਛਰ ਜ਼ਿਆਦਾ ਹੋ ਜਾਣਾ, ਚਿੱਕੜ ਹੋ ਜਾਣਾ, ਤਾਂ ਗੋਕੇ ਪਸ਼ੂ ਲਿੱਸੇ ਹੋ ਜਾਂਦੇ ਸੀ, ਕਮਜ਼ੋਰ ਹੋ ਜਾਂਦੇ ਸੀ ਝੜੀ ਦੇ ਵਿੱਚ। ਗਾਈ ਪੂਤਾ ਨਿਰਧਨਾ, ਜਿਹੜਾ ਗਰੀਬ ਬੰਦਾ ਹੈ, ਕੱਚਾ ਘਰ ਸੀ, ਝੜੀ ਲੱਗ ਗਈ, ਮੀਂਹ ਪੈਣ ਲੱਗ ਗਿਆ, ਮਜ਼ਦੂਰੀ ਕਰਨ ਗਿਆ, ਮਜ਼ਦੂਰੀ ਮਿਲੀ ਨਹੀਂ, ਇੱਕ ਦੋ ਬਸਤਰ ਸੀ ਉਹ ਭਿੱਜ ਗਏ, ਘਰ ਚੋਣ ਲੱਗ ਗਿਆ, ਚੁੱਲ੍ਹਾ ਤਪਿਆ ਨਹੀਂ। ਗਰੀਬ ਵਾਸਤੇ ਵੀ ਮੀਂਹ ਦੁਖਦਾਈ ਹੁੰਦਾ ਸਾਧ ਸੰਗਤ ਜੀ। ਉਹ ਨਹੀਂ ਚਾਹੁੰਦਾ ਕਿ ਪਵੇ। ਦਿਹਾੜੀ ਨਹੀਂ ਮਿਲੀ, ਮਜ਼ਦੂਰੀ ਨਹੀਂ ਮਿਲੀ, ਕੰਮ ਬੰਦ ਹੋ ਗਿਆ। ਗਾਈ ਪੂਤਾ ਨਿਰਧਨਾ, ਪੰਥੀ ਜਿਹੜੇ ਪੈਦਲ ਤੁਰਦੇ ਸੀ ਉਦੋਂ ਲੋਕ ਬਹੁਤੇ, ਤੇ ਮੀਂਹ ਪੈ ਜਾਵੇ, ਕੱਚੇ ਰਾਹ, ਪਾਣੀ ਭਰ ਗਿਆ, ਚਿੱਕੜ ਹੋ ਗਿਆ, ਉਹਦੇ ਵਾਸਤੇ ਵੀ ਔਖਾ ਹੁੰਦਾ ਸੀ ਤੁਰਨਾ। ਚਾਕਰ ਜਿਹੜਾ ਨੌਕਰ ਹੈ, ਉਹ ਅੰਦਰ ਬੈਠਾ, ਮਾਲਕ ਆਹ ਕੰਮ ਕਰ, ਵੀ ਉਹ ਕਰ, ਨੌਕਰ ਨੂੰ ਕਰਨਾ ਪਏਗਾ। ਹੈ ਤਾਂ ਸਰੀਰ ਨੌਕਰ ਦਾ ਵੀ ਆਪਣੇ ਵਰਗਾ ਹੀ ਹੈ, ਪਰ ਉਹ ਮਾਲਕ ਦਾ ਹੁਕਮ ਨਹੀਂ ਮੰਨੇਗਾ, ਉਹ ਛੁੱਟੀ ਕਰ ਦੇਗਾ ਉਹਨੂੰ। ਉਹਨਾਂ ਵਾਸਤੇ ਵੀ ਦੁਖਦਾਈ ਹੁੰਦਾ ਹੈ। ਇੱਕ ਜਿਹੜੇ ਰੱਬ ਦੇ ਬਰਾਗੀ ਬੰਦੇ ਹੁੰਦੇ ਨਾ, ਜਿਨ੍ਹਾਂ ਨੂੰ ਰੱਬ ਦੇ ਮਿਲਣ ਦੀ ਤੜਫ ਲੱਗ ਜਾਂਦੀ ਹੈ, ਉਹਨਾਂ ਵਾਸਤੇ ਵੀ ਇਹ ਜਿਹੜਾ ਸਾਉਣ ਦਾ ਮਹੀਨਾ ਹੈ, ਸੁੱਖ ਰੂਪ ਨਹੀਂ ਹੁੰਦਾ। ਬੱਦਲ ਗਰਜਦੇ ਨੇ, ਮੋਰ ਕੂਕਦੇ ਨੇ, ਇਹੋ ਜਿਹੀ ਗੜਗੜਾਹਟ ਜੀ ਜਿਹੜੀ ਬਰਾਗੀ ਪੁਰਸ਼ ਨੂੰ ਚੰਗੀ ਨਹੀਂ ਲੱਗਦੀ ਹੁੰਦੀ। ਕਿਉਂਕਿ ਜਦੋਂ ਬੱਦਲ ਚੜ੍ਹ ਕੇ ਆਉਂਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਫਿਰ ਮੋਰ ਕੂਕਦੇ ਨੇ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ, ਮਿਲ ਹੋਣ ਸਖਾਲੇ, ਨਿਹੋਂ ਕਬਲ ਜਲ ਜਾਣੀਐ, ਖਿੜ ਮੂੰਹ ਬਖਾਲੇ, ਮੋਰ ਬਬੀਹੇ ਬੋਲਦੇ, ਦੇਖ ਬੱਦਲ ਕਾਲੇ। ਦੇਖ ਬੱਦਲ ਕਾਲੇ, ਮੋਰ ਬਬੀਹੇ ਬੋਲਦੇ, ਵੇਖ ਬੱਦਲ ਕਾਲੇ, ਮੋਰ ਬਬੀਹੇ ਬੋਲਦੇ। ਵੇਖ ਬੱਦਲ ਕਾਲੇ, ਮੋਰ ਬਬੀਹੇ ਬੋਲਦੇ, ਵੇਖ ਬੱਦਲ, ਮੋਰ ਬਬੀਹੇ ਬੋਲਦੇ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ। ਚੱਕਵੀ ਸੂਰਜ ਹੇਤ ਹੈ, ਮਿਲ ਹੋਣ ਸਖਾਲੇ, ਨਿਹੋ ਕਮਲ ਜਲ ਜਾਣੀਐ, ਨਿਹੋ ਕਮਲ ਜਲ ਜਾਣੀਐ, ਖਿੜ ਮੂੰਹ ਬਖਾਲੇ, ਮੋਰ ਬਬੀਹੇ ਬੋਲਦੇ,
ਬੱਦਲ ਕਾਲੇ ਨਾਰ ਪਤਾਰ ਪਿਆਰ ਹੈ। ਮਾਂ ਪੁੱਤ ਸੰਭਾਲੇ ਪੀਰ ਮਰੀਦਾ ਪਿਰਹਣੀ। मरीदा पिरहणी ओ निभै नाले चंद चकोर प्रीत है। ਉਹ ਜਿਹੜੀ ਮੋਰਾਂ ਦਾ ਕੂਕਣਾ ਬੱਦਲਾਂ ਦਾ ਗਰਜਣਾ ਬੈਰਾਗੀ ਪੁਰਸ਼ਾਂ ਵਾਸਤੇ ਵੀ ਸੁਖ ਰੂਪ ਨਹੀਂ ਹੁੰਦਾ। ਸਾਧ ਸੰਗਤ ਜੀ, ਅੱਜ ਦਾ ਜਿਹੜਾ ਦਿਨ ਹੈ, ਅੱਜ 38 ਸਾਲ ਹੋ ਗਏ। ਅੱਜ ਦੇ ਦਿਨ 1983 ਨੂੰ ਨੌ ਸਾਵਣ, ਅੱਜ 9 ਸਾਵਣ ਹੈ, 24 ਤਰੀਕ ਸੀ। ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦਬਲਾਣ ਤੋਂ ਬਹੁਤ ਲੰਮਾ ਸਮਾਂ ਉੱਥੇ ਲੰਗਰ ਦੀ ਸੇਵਾ ਸ੍ਰੀਮਾਨ ਰਹੇ, ਇੰਚਾਰਜ ਰਹੇ ਲੰਗਰ ਦੇ। ਭਾਵੇਂ ਸੰਗਤ ਦੇ ਪ੍ਰੇਮ ਸਦਕਾ ਬਾਹਰ ਕਥਾ ਕੀਰਤਨ ਕਰਨ ਵੀ ਜਾਂਦੇ ਸੀ। ਅਕਾਲ ਪੁਰਖ ਦੇ ਹੁਕਮ ਅਨੁਸਾਰ 1983 24 ਜੁਲਾਈ ਨੂੰ ਦਬਲਾਣ ਤੋਂ ਮਹਾਂਪੁਰਸ਼ ਪਹਿਲਾਂ ਕੰਧਾਰਗੜ੍ਹ ਗਏ ਸੀ। ਭਾਈ ਨਿਰਪਾਲ ਸਿੰਘ ਕੰਧਾਰਗੜ੍ਹ ਤੋਂ ਇਹਨਾਂ ਦੇ ਘਰ ਸਰਪੰਚ ਭਰਪੂਰ ਸਿੰਘ, ਇਹਨਾਂ ਨੇ ਬੇਨਤੀ ਕੀਤੀ ਉੱਥੇ ਕੰਧਾਰਗੜ੍ਹ ਤੋਂ ਫਿਰ ਸੰਗਤ ਨੇ ਉਹਨਾਂ ਦੇ ਸਤਿਕਾਰ ਵਾਸਤੇ ਬੈਂਡ ਬਾਜਾ, ਸੰਗਤਾਂ ਸਤਿਕਾਰ ਵਾਸਤੇ ਖੜੀਆਂ ਸੀ। ਕੋਈ ਬਰਸਾਤ ਦਾ ਮੌਸਮ ਨਹੀਂ ਸੀ, ਮਹੀਨਾ ਤਾਂ ਭਾਵੇਂ ਸਾਉਣ ਦਾ ਹੀ ਸੀ, ਸਾਫ਼ ਸੀ ਮੌਸਮ। ਜਦੋਂ ਲਾਹੌਰਾਂ ਕੋਲ ਆ ਗਏ ਮਹਾਂਪੁਰਸ਼, ਇੱਕ ਛੋਟੀ ਜਿਹੀ ਬਦਲੀ ਆ ਰਹੀ ਹੈ, ਬੜੇ ਮੋਟੇ ਮੋਟੇ ਕਣੇ ਪਤਾਸਿਆਂ ਵਰਗੇ, ਜਿਵੇਂ ਇੰਦਰ ਵੀ ਉਹਨਾਂ ਦੇ ਆਗਮਨ ਵਾਸਤੇ ਛਿੜਕਾਅ ਕਰ ਰਿਹਾ ਹੋਵੇ। ਬਸ ਓਨਾ ਕੁ ਮੀਂਹ ਪਿਆ ਜਿੰਨਾ ਕੁ ਸੜਕ ਗਿੱਲੀ ਹੋ ਗਈ, ਮੋਟੇ ਮੋਟੇ ਕਣੇ ਡਿੱਗੇ। 2 ਕਮਰੇ ਸੀ ਇੱਥੇ, ਪੁਰਾਣੇ ਦਰਬਾਰ ਤੋਰੇ ਤੇ 2 ਪਰਾਂ ਸਿੱਧ ਦੇ ਕੋਲ ਸੀ ਬਸ, ਬਾਕੀ ਰੜਾ ਸੀ ਸਾਰਾ। ਰੋਡ ਸੀ, ਵੱਡਾ ਵੱਡਾ ਘਾਹ ਖੜਾ ਸੀ, ਕੀੜਿਆਂ ਦੇ ਭੌਣ। ਅੰਦਰਲੇ ਦਰਬਾਰ ਵਿੱਚ ਉਦਣ ਮਹਾਂਪੁਰਸ਼ਾਂ ਨੇ ਦੀਵਾਨ ਲਾਇਆ ਸੀ। ਅੱਜ ਉਹ ਦਿਨ ਹੈ ਸਾਧ ਸੰਗਤ ਜੀ, ਅੱਜ 38 ਸਾਲ ਹੋ ਗਏ। ਅਸੀਂ 9 ਸਿੰਘ ਭਾਵੇਂ 1 ਮਹੀਨਾ ਪਹਿਲਾਂ ਆ ਗਏ ਸੀ ਇੱਥੇ ਰਾੜਾ ਸਾਹਿਬ ਤੋਂ। ਅਸੀਂ ਜੂਨ ਵਿੱਚ ਆ ਗਏ ਸੀ, ਮਹਾਂਪੁਰਸ਼ ਜੁਲਾਈ ਵਿੱਚ ਇੱਥੇ ਆਏ। ਉਹਨਾਂ ਨੇ ਜਿਹੜਾ ਉਦਣ ਸੰਗਤਾਂ ਨੂੰ
उपदेश दिता, कथा सरवण कराई। ये विचार सुनाई सी कि बैरागी पुरुषों वास्ते भी सौण का महीना जिहड़ा हुंदा है ये सुख रूप नहीं हुंदा। फिर महाराज ने इतिहासक विचार नाल सुनाई कि गुरु रामदास महाराज चौथे पातशाह सोढ़ी सुल्तान बैठा सोढ़ी पातशाह रामदास सतगुरु कहावै, पूਰਨ ताल खटाया अमृतसर विच जोत जगावै। गुरु रामदास महाराज ने अपनी वस्तु अगे देनी है। भावें बीबी भानी गुरु अमरदास महाराज की सपुत्री जिहड़ी सारी सेवा गुरु अमरदास महाराज की आप करती सी, उन्होंने सेवा करके खुशी ले ली। सेवा एक ऐसा मोहनी मंत्र है, सेवा तो कोई रुख की भी कर लवे, वो छां दे दिंदा, फल भी दे दिंदा। जे फल ना लगे तो छां जरूर मिलती है, कीती सेवा जाई नहीं जाती है। फिर कोई पशु की सेवा करे, वो अमृत दुध दे दिंदा है। कोई समाज की सेवा करे, कोई देश की सेवा करे, पर जिहड़ा गुरु घर की संगत की सेवा करता है, लोक मजदूरी देता है क्यों रखै भगवान। आपां किसी की मजदूरी नहीं रखते, तो परमात्मा बई वो तो एडा न्यायकारी है, एक तिल नहीं भन्ना घल है। एक तिल जिन्नी कीती घलना भी जाई नहीं जान दिंदा है। बशर्ते सेवा करनी किवें है। आपां घरां च भी काम भी करी जाने, गुरु घर भी इस तरह करी जाए तो उहदा लाभ नहीं हुंदा बहुता। अकली साहिब सेविए, अकली पाईए मान, अकली पढ़ के बुझिए, अकली कीचै दान। सेवा भी जे विचार नाल करे, नहीं तो मत थोड़ी सेव गवाई है। केसी नहा लेना पहला, फिर बुक भर के सिर च मिट्टी का पा लेना, नाता ना नाता बराबर ही है, एवें खिचला ही है। सेवा भी कर रहा, उहदियां कर रहा, उहदियां सुन रहा, उहदियां चुगलियां कर लिया, मैं बड़ा चंगा बाकी सारी माड़े ने। वो की फायदा, रोटियां खादियां डंग वलाए, कपड़े पाटे घरां नूं आए, लैण देण नूं कुछ नहीं है। ये तो फिर किवें लेखे पैंदी है सेवा। आप गवा के सेवा करिए ता किश मान पाइंदा, गवा के सेवा करिए ता किश मान पाइंदा। गवा के सेवा करिए ता किछ मान, आप गवा के सेवा करिए ता किछ मान पाइंदा।
ਤਾਂ ਕਿਛ ਮਾਨ ਪਾਈਂਦਾ, ਗਵਾ ਕੇ ਸੇਵਾ ਤਾਂ ਕਿਛ ਮਾਨ ਪਾਈਂਦਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਆਪ ਗਵਾਉਣ ਦਾ ਭਾਵ ਹੈ ਆਪਣੀ ਮੱਤ ਛੱਡ ਕੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਸੇਵਾ ਕਰੇ। ਕਿਸੇ ਨੇ ਆਖਿਆ ਜੋੜੇ ਝਾੜਨ ਦੀ ਸੇਵਾ ਬੜੀ ਚੰਗੀ ਹੁੰਦੀ ਹੈ, ਕਿਸੇ ਨੇ ਟੋਕਰੀ ਢੋਣ ਦੀ ਸੇਵਾ ਨੂੰ ਉੱਤਮ ਦੱਸਿਆ, ਕਿਸੇ ਨੇ ਭਾਂਡੇ ਬਰਤਨ ਮਾਂਜਣ ਦੀ ਸੇਵਾ ਨੂੰ ਵੱਡੀ ਆਖਿਆ। ਪਰ ਸਭ ਤੋਂ ਉੱਤਮ ਸੇਵਾ ਹੈ ਕਿ ਜੋ ਹੁਕਮ ਵਿੱਚ ਰਹਿ ਕੇ ਸੇਵਾ ਕੀਤੀ ਜਾਂਦੀ। ਆਗਿਆ ਸਾਮਣੀ ਸਾਹਿਬ ਸੇਵਾ, ਜਿਹੜੀ ਆਗਿਆ ਵਿੱਚ ਰਹਿ ਕੇ ਹੁਕਮ ਵਿੱਚ ਸੇਵਾ ਕੀਤੀ ਜਾਂਦੀ ਹੈ, ਉਹ ਸੇਵਾ ਲੇਖੇ 'ਚ ਪੈਂਦੀ ਹੈ। ਮਨ ਮਰਜ਼ੀ ਦੀ ਕੀਤੀ ਸੇਵਾ ਕਿਤੇ ਥਾਂ ਹੀ ਨਹੀਂ ਪੈਂਦੀ ਹੈ, ਭਾਵੇਂ ਪੁੱਠਾ ਲੰਮ ਕੇ ਵੀ ਤਪ ਕਰੀ ਜਾਏ। ਫਿਰ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਮੰਨ ਕੇ, ਹੁਕਮ ਤਾਂ ਮੰਨਿਆ ਜਾਂਦਾ ਜੇ ਅੰਦਰ ਮਰ ਜਾਵੇ, ਨਹੀਂ ਤਾਂ ਫਿਰ ਕਿਉਂ ਹੁੰਦਾ, ਕੀ ਹੁੰਦਾ, ਕਿਸ ਤਰ੍ਹਾਂ ਹੁੰਦਾ, ਬਸ ਇੱਥੇ ਹੀ ਖੜੇ ਰੌਲਾ ਜਿਹਾ ਪਾਈ ਜਾਂਦੇ ਨੇ। ਭਾਵੇਂ ਬੀਬੀ ਭਾਨੀ ਨੇ ਵਰ ਲੈ ਲਿਆ ਸੀ, ਘਰ ਦੀ ਘਰ ਵਿੱਚ ਰਹੇ। ਮਹਾਰਾਜ ਕਹਿੰਦੀ ਰਹੇਗੀ ਤਾਂ ਘਰ ਦੀ ਘਰ ਵਿੱਚ, ਪਰ ਅਧਿਕਾਰੀ ਨੂੰ ਮਿਲੇਗੀ ਜਿਹੜਾ ਅਧਿਕਾਰੀ ਹੋਵੇਗਾ। ਹੁਣ ਗੁਰੂ ਰਾਮਦਾਸ ਮਹਾਰਾਜ ਨੇ ਵਸਤੂ ਬਖਸ਼ਣੀ ਅੱਗੇ। ਤਿੰਨ ਸਾਹਿਬਜ਼ਾਦੇ ਨੇ, ਵੱਡੇ ਪਿਰਥੀ ਚੰਦ, ਉਹਨਾਂ ਤੋਂ ਛੋਟੇ ਮਹਾਦੇਵ, ਸਭ ਤੋਂ ਛੋਟੇ ਗੁਰੂ ਅਰਜਨ। ਹੁਣ ਪਰਖ ਕੇ ਵਸਤੂ ਦੇਣਗੇ, ਪਰਖ ਕੇ। ਮਾਈਆਂ ਨੇ ਸਾਡੀਆਂ ਨੇ ਦੁੱਧ ਵੀ ਪਾਉਣਾ ਹੋਵੇ ਨਾ ਭਾਂਡੇ 'ਚ, ਤੇ ਉਹਨੂੰ ਵੀ ਦੇਖ ਲੈਂਦੀਆਂ ਨੇ, ਸਾਫ਼ ਹੋਣਾ ਚਾਹੀਦਾ। ਧੋ ਕੇ ਮਾਂਜ ਕੇ ਫਿਰ ਉਹਦੇ 'ਚ ਦੁੱਧ ਪਾਉਂਦੀਆਂ। ਤੇ ਗੁਰੂ ਵੀ ਵਸਤੂ ਐਵੇਂ ਥੋੜ੍ਹਾ ਤੁਰੇ ਜਾਂਦੇ ਨੂੰ ਦੇ ਦੂਗਾ ਕਿਤੇ, ਖਾਲਾ ਜੀ ਦਾ ਵਾੜਾ ਹੈ। ਗੁਰੂ ਅਮਰਦਾਸ ਮਹਾਰਾਜ ਦਾ ਪਰਖਣ ਦਾ ਤਰੀਕਾ ਹੋਰ ਸੀ, ਤੇ ਗੁਰੂ ਰਾਮਦਾਸ ਮਹਾਰਾਜ ਨੇ ਵਿਆਹ 'ਤੇ ਜਾਣ ਦਾ ਤਰੀਕਾ ਬਣਾ ਲਿਆ, ਕਸਵੱਟੀ ਤਰੀਕਾ। ਗੁਰੂ ਰਾਮਦਾਸ ਮਹਾਰਾਜ ਦਾ ਪਿਛੋਕੜ ਬਲਾਦਰੀ ਸੀ, ਜਿਹੜੀ ਚੂਨਾ ਮੰਡੀ ਲਾਹੌਰ ਸੋਢੀ। ਗੁਰੂ ਨਾਨਕ ਦੇਵ ਮਹਾਰਾਜ ਬੇਦੀ, ਗੁਰੂ ਅੰਗਦ ਦੇਵ ਜੀ ਮਹਾਰਾਜ ਤ੍ਰਿਣ, ਗੁਰੂ ਅਮਰਦਾਸ ਮਹਾਰਾਜ ਭੱਲੇ, ਫਿਰ ਚੌਥੇ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਚੱਲੀ ਪੀੜ੍ਹੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਇਹਨਾਂ ਦਾ ਪਿਛੋਕੜ ਸੀ ਜਿਹੜਾ, ਉਹ ਲਾਹੌਰ ਚੂਨਾ ਮੰਡੀ ਦਾ ਸੀ। ਇਹਨਾਂ ਦੇ ਤਾਏ ਦੇ ਪੁੱਤਰ, ਕਿਸੇ ਨੇ ਚਾਚੇ ਦਾ ਪੁੱਤਰ ਆਖਿਆ, ਕਿਸੇ ਨੇ ਤਾਏ ਦਾ ਪੁੱਤਰ ਲਿਖਿਆ। ਬਸ ਇੱਥੇ ਰਿੜਕਾ ਜਿਹਾ ਕਈ ਪਾ ਕੇ ਵੇ ਲਓ ਜੀ, ਇਹਨਾਂ ਨੇ ਤਾਏ ਦਾ ਪੁੱਤਰ ਹੀ ਆਖ ਛੱਡੇ। ਫਰਕ ਕਿੰਨਾ ਹੁੰਦਾ ਹੈ, ਬਾਪ ਤੋਂ ਵੱਡਾ ਉਹਨੂੰ ਤਾਇਆ ਕਹਿੰਦੇ ਨੇ, ਬਾਪ ਤੋਂ ਛੋਟਾ ਨੂੰ ਹੈ, ਦੋਵੇਂ ਸਕੇ ਭਰਾ ਹੀ ਨੇ। ਇਹ 'ਚ ਰਿੜਕੇ ਵਾਲੀ ਕਿਹੜੀ ਗੱਲ ਹੈ ਭਾਈ? ਅਸੀਂ ਇੱਥੇ ਹੀ ਖੜ੍ਹੇ ਹਾਂ। ਬਸ ਆਪਾਂ ਸੁਣਦੇ ਹੀ ਉਹ ਆ ਜਿਹੜੇ ਇਹੋ ਜਿਹੀਆਂ ਗੱਲਾਂ ਸੁਣਾਉਂਦੇ ਨੇ। ਉਹਨਾਂ ਨੇ ਆਹ ਆਖਿਆ ਜੀ, ਇਹ ਕੋਈ ਇਤਿਹਾਸ ਅੱਜ ਦਾ, ਸਦੀਆਂ ਪੁਰਾਣਾ ਮਾਣ ਮੱਤਾ ਇਤਿਹਾਸ ਹੈ। ਅਤੇ ਗੁਰਮੁਖ ਨੇ ਜਿਹੜੇ ਗੁਰਮਤ ਅਨੁਸਾਰ ਜਿਹੜੀ ਵਿਚਾਰ ਹੁੰਦੀ ਹੈ ਉਹਨੂੰ ਸੁਣ ਲੈਂਦੇ ਨੇ, ਧਾਰਨ ਕਰ ਲੈਂਦੇ ਨੇ, ਬਾਕੀ ਛੱਡ ਦਿੰਦੇ ਨੇ। ਜਿਹੜਾ ਹੰਸ ਹੁੰਦਾ ਹੈ ਉਹ ਚਿੰਝ ਪਾਉਂਦਾ ਦੁੱਧ ਦੇ ਵਿੱਚ, ਉਹ ਫਟ ਜਾਂਦਾ, ਫੁੱਟੀਆਂ ਗ੍ਰਹਿਣ ਕਰ ਲੈਂਦਾ, ਪਾਣੀ ਛੱਡ ਦਿੰਦਾ।
ਆ ਜਿਹੜਾ ਬਗਲਾ ਮਹਿਕਮਾ ਹੈ ਇਹ ਲੱਭਦਾ ਹੀ ਚਿੱਕੜ 'ਚ ਡੱਡੀਆਂ ਫਿਰਦਾ। ਇਹ ਸੁਣਦੇ ਹੀ ਉਹ ਨੇ ਜਿੱਥੇ ਸ਼ੰਕਾ ਪੈਦਾ ਹੁੰਦਾ। ਉਹ ਸ਼ੰਕਾ ਤੋੜਦਾ, ਸ਼ਰਧਾ ਜੋੜਦੀ ਹੈ। ਸ਼ਰਧਾ ਆਉਣੀ ਔਖੀ ਹੈ, ਸ਼ੰਕਾਵਾਦੀ ਜਿੱਥੇ ਮਰਜ਼ੀ ਹੋਇਆ ਜਾ ਸਕਦਾ। ਸਾਧ ਸੰਗਤ ਜੀ, ਸ਼ੰਕਾਵਾਦੀ ਦੇ ਮਨ ਨੂੰ ਕਦੇ ਵੀ ਸ਼ਾਂਤੀ ਟਿਕਾ ਨਹੀਂ ਆ ਸਕਦਾ। ਅੱਜ ਲੋਕ ਖੁਦਕਸ਼ੀਆਂ ਕਰ ਕਰਕੇ ਕਿਉਂ ਮਰ ਰਹੇ ਨੇ? ਅਸ਼ਾਂਤ ਨੇ ਅੰਦਰੋਂ, ਨਾ ਮਾਂ ਪਿਓ ਦੇ ਕਹਿਣ 'ਚ ਨੇ, ਨਾ ਵੱਡਿਆਂ ਦੇ ਕਹਿਣ 'ਚ ਨੇ, ਨਾ ਗੁਰੂਆਂ ਦਾ ਕਹਿਣਾ, ਨਾ ਸਤਿਪੁਰਸ਼ਾਂ ਦਾ। ਅਤੇ ਫਿਰ ਅਸ਼ਾਂਤ ਨੇ। ਇਹ ਪੜ੍ਹੇ ਲਿਖੇ ਸੀ, ਇਹਨਾਂ ਨੇ ਲੋਕਾਂ ਨੂੰ ਸਮਝਾਉਣਾ ਸੀ, ਆਪ ਹੀ ਫਾਹ ਲੈ ਲੈ ਕੇ ਮਰੀ ਜਾਂਦੇ ਨੇ। ਆ ਜਿੰਨੀਆਂ ਖੁਦਕਸ਼ੀਆਂ ਹੁਣ ਹੋ ਰਹੀਆਂ ਨੇ, ਆ ਸਾਡੇ ਬਜ਼ੁਰਗ ਕੱਚੇ ਕੋਠਿਆਂ 'ਚ ਰਹਿੰਦੇ ਸੀ, ਕਦੇ ਖੁਦਕਸ਼ੀ ਹੋਈ ਨਹੀਂ ਸੀ ਕਦੇ ਵੀ। ਇੱਕ ਕੋਠੇ 'ਚ ਹੀ ਸਾਰਾ ਟੱਬਰ ਪਿਆ ਹੁੰਦਾ ਸੀ। ਹੁਣ ਕੱਲਾ ਕੱਲਾ ਏਸੀ ਵਾਲੇ ਕਮਰੇ 'ਚ ਪਏ ਨੇ, ਸਵੇਰੇ ਸਿਰ ਭਾਰਾ ਜਿਹਾ, ਨੀਂਦ ਆਈ ਨਹੀਂ ਹੈ, ਰਾਤ ਵੀ ਨਹੀਂ ਆਈ ਨੀਂਦ। ਕਿਉਂ? ਨਾ ਮਾਂ ਦਾ ਸਤਿਕਾਰ, ਨਾ ਪਿਓ ਦਾ ਸਤਿਕਾਰ, ਨਾ ਕਿਸੇ ਵੱਡੇ ਦਾ ਸਤਿਕਾਰ, ਨਾ ਕਿਸੇ ਦੀ ਸੁਣਨੀ ਨਾ ਮੰਨਣੀ। ਅਵਾਰਾ ਪਸ਼ੂ ਵਾਂਗ ਜਿੱਦਣ ਮੂੰਹ ਹੋਇਆ ਤੁਰੇ ਫਿਰਦੇ। ਫਿਰ ਫਾਹ ਲੈ ਲੈ ਕੇ ਮਰਨਾ, ਹੋਰ ਕੀ ਕਰਨਗੇ ਇਹ? ਸ਼ਰਧਾ ਦੇ ਵਿੱਚੋਂ ਸ਼ਾਂਤੀ ਦਾ ਜਨਮ ਹੁੰਦਾ ਹੈ, ਵਿਸ਼ਵਾਸ। ਅਤੇ ਜਿਹੜੀ ਤਰਕ ਹੈ, ਸ਼ੰਕਾ, ਇਹ ਤੋੜਦੀ, ਨਫ਼ਰਤ ਪੈਦਾ ਕਰ ਦਿੰਦੀ, ਅਸ਼ਾਂਤ ਹੋ ਜਾਂਦਾ ਉਹ। ਕਿਸੇ ਨੇ ਤਾਏ ਦਾ ਪੁੱਤਰ ਲਿਖਿਆ, ਕਿਸੇ ਨੇ ਚਾਚੇ ਦਾ ਪੁੱਤਰ ਵੀ ਲਿਖ ਦਿੱਤਾ। ਚਲੋ ਇਹਦੇ ਵਿੱਚ ਕੋਈ ਸ਼ੰਕੇ ਵਾਲੀ ਬਾਤ ਨਹੀਂ ਹੈ। ਗੁਰੂ ਰਾਮਦਾਸ ਮਹਾਰਾਜ ਦੇ ਭਰਾ ਦੇ ਪੁੱਤਰ ਦੀ ਸ਼ਾਦੀ ਸੀ, ਉਹਦਾ ਨਾਂ ਸੀ ਸਿਆਰੀ ਮੱਲ। ਸਿਆਰੀ ਮੱਲ ਨੇ ਵਿਚਾਰਿਆ ਕਿ ਗੁਰੂ ਰਾਮਦਾਸ ਮਹਾਰਾਜ ਦੁਨਿਆਵੀ ਭਰਾ ਵੀ ਲੱਗਦੇ ਨੇ, ਦੁਨਿਆਵੀ ਰਿਸ਼ਤੇ ਵੱਲੋਂ ਵੀ ਫਰਜ਼ ਬਣਦਾ ਹੈ, ਪਰਮਾਰਥ ਵੱਲੋਂ ਸਾਡੇ ਗੁਰੂ ਵੀ ਨੇ। ਸਿੱਖ ਦਾ ਫਰਜ਼ ਹੈ, ਕੋਈ ਵੀ ਕਾਰਜ ਕਰਦਾ ਪਹਿਲਾਂ ਗੁਰੂ ਦੀ ਆਸ਼ੀਰਵਾਦ ਲੈਂਦਾ ਹੈ, ਗੁਰੂ ਦਾ ਹੁਕਮ ਲੈਂਦਾ ਹੈ। ਇਹ ਪਰਿਵਾਰ ਨਾਲ ਵਿਚਾਰ ਕਰਕੇ ਕੁਝ ਸੰਬੰਧੀ ਨਾਲ ਲੈ ਕੇ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਆ ਗਏ ਸਿਆਰੀ ਮੱਲ। ਆ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਪੁੱਤਰ ਦੀ ਸ਼ਾਦੀ ਹੈ, ਕਿਰਪਾ ਕਰੋ ਲਾਹੌਰ ਚਰਨ ਪਾਓ, ਨਾਲੇ ਵਿਆਹ ਵੀ ਸ਼ਾਮਲ ਹੋਵੋ। ਸਿਆਰੀ ਮੱਲ ਦੀ ਬੇਨਤੀ ਸੁਣ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਸਿਆਰੀ ਮੱਲ, ਜੇ ਅਸੀਂ ਲਾਹੌਰ ਵਿਆਹ 'ਚ ਸ਼ਾਮਲ ਹੋਣ ਵਾਸਤੇ ਗਏ, ਸਰੋਵਰ ਦੀ ਸੇਵਾ ਚੱਲ ਰਹੀ ਹੈ, ਬਹੁਤ ਸਾਰੀ ਸੰਗਤ ਸੇਵਾ ਛੱਡ ਕੇ ਸਾਡੇ ਨਾਲ ਜਾਏਗੀ, ਸੇਵਾ ਵਿੱਚ ਵਿਘਨ ਪਵੇਗਾ। ਉੱਥੇ ਉਸ ਇਲਾਕੇ ਦੀ ਸੰਗਤ ਨੂੰ ਪਤਾ ਲੱਗੇਗਾ, ਉਹ ਦਰਸ਼ਨ ਕਰਨ ਵਾਸਤੇ ਆਏਗੀ, ਇਕੱਠ ਵੱਧ ਜਾਏਗਾ। ਵਿਆਹ ਵਿੱਚ ਮੇਲ ਗਿਲਾਇਆ ਹੀ ਹੁੰਦਾ ਹੈ, ਤੇਰਾ ਖਰਚਾ ਵੀ ਵੱਧ ਜਾਏਗਾ, ਤੇਰੇ ਤੋਂ ਸੇਵਾ ਸੰਭਾਲ ਵੀ ਨਹੀਂ ਹੋਣੀ। ਚੰਗੀ ਗੱਲ ਇਹ ਹੈ ਕਿ ਤੂੰ ਸਾਡੇ ਕਿਸੇ ਸਾਹਿਬਜ਼ਾਦੇ ਨੂੰ ਲੈ ਜਾ। ਪਿਰਥੀ ਚੰਦ ਨੂੰ ਬੁਲਾਇਆ, ਜਿਹੜਾ ਵੱਡਾ ਸਾਹਿਬਜ਼ਾਦਾ ਸੀ ਮਹਾਰਾਜ ਦਾ। ਸਿਆਣਾ ਬੜਾ ਸੀ, ਬੜਾ ਸੁਚੱਜਾ ਪ੍ਰਬੰਧਕ ਸੀ, ਸੰਗਤ ਨਾਲ ਮੇਲ ਜੋਲ ਵੀ ਰੱਖਦਾ ਸੀ, ਸਰਕਾਰੇ ਦਰਬਾਰੇ ਵੀ। ਇਹ ਗੱਲਾਂ ਦੁਨਿਆਵੀ ਲੋਕਾਂ ਵਿੱਚ ਵੀ ਹੁੰਦੀਆਂ। ਵੱਡੇ ਵੱਡੇ ਅਦਾਰਿਆਂ ਦਾ ਚੰਗੇ ਪ੍ਰਬੰਧਕ ਪ੍ਰਬੰਧ ਕਰਦੇ ਹੁੰਦੇ ਆ, ਇਹ ਵੀ ਚੰਗੀ ਗੱਲ ਹੈ। ਮੇਲ ਗੇਲ ਰੱਖਣਾ ਇਹ ਵੀ ਚੰਗੀ ਗੱਲ ਹੈ, ਪਰ ਸਭ ਤੋਂ ਚੰਗੀ ਗੱਲ ਹੈ ਆਪਣੇ ਗੁਰੂ 'ਤੇ ਵਿਸ਼ਵਾਸ ਰੱਖਣਾ, ਗੁਰੂ 'ਤੇ ਸ਼ਰਧਾ ਰੱਖਣਾ। ਇਸ ਗੱਲ ਤੋਂ ਹੀਣਾ ਸੀ ਪਿਰਥੀ ਚੰਦ। ਹੈ ਗੁਰੂ ਕਾ ਸਾਹਿਬਜ਼ਾਦਾ ਸੀ, ਪਰ ਆਪਣੇ ਗੁਰੂ ਰਾਮਦਾਸ ਮਹਾਰਾਜ ਨੂੰ ਪਿਤਾ ਹੀ ਸਮਝਦੇ ਸੀ। ਪਿਰਥੀ ਚੰਦ ਨੂੰ ਇਹ ਵੀ ਪਤਾ ਸੀ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ ਹੈ, ਗੁਰੂ ਅਮਰਦਾਸ ਮਹਾਰਾਜ ਨੇ ਆਪਣੀ 12 ਸਾਲ ਉਮਰਾ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ੀ ਸੀ, ਉਹ ਵੀ ਪੂਰੀ ਹੋਣ ਵਾਲੀ ਹੈ। ਇਸ ਗੱਲ ਦਾ ਵੀ ਪਿਰਥੀ ਚੰਦ ਨੂੰ ਪਤਾ ਸੀ। ਪਿਰਥੀ ਚੰਦ ਜੀ ਨੂੰ ਬੁਲਾਇਆ, ਕਹਿਣ ਲੱਗੇ, ਪਿਰਥੀ ਚੰਦ, ਤੇਰਾ ਭਰਾ, ਤੇਰੇ ਭਰਾ ਦੀ ਸ਼ਾਦੀ ਹੈ,
ਸਿਆਰੀ ਮੱਲ ਆਏ ਨੇ ਲਾਹੌਰ ਤੋਂ, ਜਾਓ ਇਹਨਾਂ ਦੇ ਨਾਲ ਲਾਹੌਰ, ਵਿਆਹ ਵਿੱਚ ਸ਼ਾਮਲ ਹੋਵੋ। ਉਸ ਤੋਂ ਬਾਅਦ ਉੱਥੇ ਰਹਿ ਕੇ ਸਿੱਖੀ ਦਾ ਨਾਮ ਬਾਣੀ ਦਾ ਪ੍ਰਚਾਰ ਕਰਿਓ, ਜਦੋਂ ਬੁਲਾਵਾਂਗੇ ਫੇਰ ਆਇਓ। ਪ੍ਰਿਥੀ ਚੰਦ ਨੇ ਵਿਚਾਰਿਆ ਕਿ ਗੁਰੂ ਰਾਮਦਾਸ ਮਹਾਰਾਜ ਦਾ ਸਰੀਰਕ ਸਮਾਂ ਪੂਰਾ ਹੋਣ ਵਾਲਾ ਹੀ, ਜੇ ਮੈਨੂੰ ਬੁਲਾਇਆ ਹੀ ਨਾ ਉੱਥੋਂ ਤੇ ਗੁਰਤਾ ਗੱਦੀ ਕਿਸੇ ਹੋਰ ਮੇਰੇ ਭਰਾ ਨੂੰ ਦੇ ਦੇਣਗੇ। ਅੰਦਰ ਤਾਂ ਇਹ ਵਿਚਾਰ ਸੀ ਉਹਦੇ। ਉੱਤੋਂ ਕਹਿੰਦਾ ਮਹਾਰਾਜ ਮੈਂ ਲਾਹੌਰ ਚਲਾ ਗਿਆ, ਇਹ ਮਹਾਦੇਵ ਸਮਾਧੀ 'ਚ ਹੀ ਰਹਿੰਦਾ, ਅੱਖਾਂ ਮੀਟ ਕੇ ਬੈਠਾ ਰਹਿੰਦਾ ਹੈ। ਆ ਅਰਜਨ ਦੇਵ ਤੁਹਾਡੇ ਕੋਲ ਬੈਠਾ ਰਹਿੰਦਾ ਹੈ, ਤੇ ਗੁਰੂ ਘਰ ਦੀ ਸੇਵਾ ਸੰਭਾਲ ਕੌਣ ਕਰੇਗਾ? ਮਹਾਰਾਜ ਕਹਿੰਦੇ ਪ੍ਰਿਥੀ ਚੰਦ ਇਹ ਤਾਂ ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਦਾ ਥੜਾ, ਇੱਕ ਗਿਆ ਦੂਜਾ ਖੜਾ। ਇਹ ਤਾਂ ਗੁਰੂ ਜਿਹਦੇ ਸਿਰ 'ਤੇ ਹੱਥ ਧਰ ਦੇਗਾ ਤੋਂ ਸੇਵਾ ਲੈ ਲਏਗਾ। ਜਿਹੜੀ ਸੇਵਾ ਕਰਾਉਣੀ ਹੈ ਗੁਰੂ ਨੇ ਸਿਰ 'ਤੇ ਹੱਥ ਧਰ ਕੇ, ਉਹ ਚਾਹੇ ਤਾਂ ਗੀਤਾ ਦੇ ਅਰਥ ਕਰਾ ਦੇਵੇ ਛੱਜੂ ਝੀਵਰ ਤੋਂ, ਉਹ ਚਾਹੇ ਤਾਂ ਭਾਈ ਬਚਿੱਤਰ ਸਿੰਘ ਤੋਂ ਹਾਥੀ ਦਾ ਮੁਕਾਬਲਾ ਕਰਾ ਦੇਵੇ, ਉਹ ਗੁਰੂ ਚਾਹੇ ਤਾਂ ਧੰਨਾ ਸਿੰਘ ਤੋਂ ਚੰਦਨ ਕਵੀ ਵਰਗੇ ਦੰਦ ਖੱਟੇ ਕਰਾ ਦੇਵੇ, ਘੋੜਿਆਂ ਨੂੰ ਘਾਹ ਚਾਰਨ ਵਾਲਾ ਭਾਈ ਧੰਨਾ ਸਿੰਘ, ਲਿੱਦ ਹਟਾਉਣ ਵਾਲਾ, ਘਾਹ ਖੋਤ ਕੇ ਲਿਆਉਣ ਵਾਲਾ ਭਾਈ ਧੰਨਾ ਸਿੰਘ। ਚੰਚਲ ਕਵੀ ਕਹਿੰਦਾ ਮੈਂ ਤੁਹਾਡੇ ਨਾਲ ਚਰਚਾ ਕਰਨੀ ਹੈ 10ਵੇਂ ਪਾਤਸ਼ਾਹ ਮਹਾਰਾਜ ਨੂੰ। ਕਹਿੰਦੇ ਮਹਾਰਾਜ ਕਹਿੰਦੇ ਉਹ ਘਾਹ ਪਾ ਰਿਹਾ ਘੋੜਿਆਂ ਨੂੰ, ਉਹਨਾਂ ਨਾਲ ਉਹਦੇ ਨਾਲ ਕਰ ਲੈ ਜਾ ਕੇ। ਭਾਈ ਧੰਨਾ ਸਿੰਘ ਦੀ ਸਵਾਲ ਦਾ ਜਵਾਬ ਵੀ ਨਹੀਂ ਆਇਆ, ਅਰਥਪਾਤਾਂ ਨੂੰ ਆਇਆ ਹੀ ਨਹੀਂ ਹੈ। ਇਸ ਕਰਕੇ ਸਾਧ ਸੰਗਤ ਜੀ, ਇਹ ਗੁਰੂ ਚਾਹੇ ਜਿਹੜੀ ਵੀ ਸੇਵਾ ਲੈਣੀ ਹੋਵੇ ਸਿੱਖ ਦੇ ਸਿਰ 'ਤੇ ਧਰ ਕੇ ਲੈ ਸਕਦਾ ਹੈ। ਸਿੱਖ ਦੀ ਕੋਈ ਚਤਰਾਈ ਨਹੀਂ ਹੈ। ਪਰ ਕਈ ਵਾਰੀ ਸਿੱਖ ਨੂੰ ਇਹ ਭੁਲੇਖਾ ਜ਼ਰੂਰ ਪੈ ਜਾਂਦਾ ਵੀ ਜੇ ਮੈਂ ਇੱਥੇ ਸੇਵਾ ਨਾ ਕਰਾਂ ਲਾਹੌਰਾ ਸਾਹਿਬ, ਇੱਥੇ ਤਾਂ ਕੁਛ ਨਹੀਂ ਹੋਣਾ, ਮੇਰੇ ਘਰ ਕੀ ਮਾੜਾ ਆ। ਇਹਨੂੰ ਹੀ ਨਹੀਂ ਪਤਾ ਵੀ ਤੂੰ ਤਾਂ ਆਪ ਕਿਸੇ ਰਸਤੇ ਤੁਰਿਆ ਫਿਰਦਾ ਹੈ। ਆ ਜਿਹੜਾ ਇੰਨਾ ਕੁ ਸਵਾਸ ਹੋ ਗਿਆ, ਚੱਕ ਕੇ ਇਸ ਵੇਲੇ ਨੂੰ ਲੈ ਜਾਣਗੇ। ਸਾਡੇ ਵਾਲ ਤਾਂ ਕੋਈ ਥਾਂ ਨਹੀਂ ਨਾ ਹੁੰਦੀ ਪੱਕੀ, ਉੱਥੇ ਮਗਰੋਂ ਸਬਜ਼ੀ ਬੀਜਦੇ ਨੇ ਕਰਕੇ ਕੀਰਤਨ ਸੋਲਾ ਪੜ੍ਹ ਕੇ ਉਹਦਾ। ਇਹਨੂੰ ਐਵੇਂ ਭੁਲੇਖਾ ਪੈ ਗਿਆ ਵੀ ਇਹ ਤਾਂ ਮੇਰੇ ਕਰਕੇ ਹਿਲਜੁਲ ਜੀ ਹੋ ਰਹੀ ਹੈ ਮਾੜੀ ਮੋਟੀ, ਜੇ ਨਾ ਹੁੰਦਾ ਵਾ ਫਿਰ ਤਾਂ ਕੰਮ ਰਹਿ ਗਿਆ ਸੀ ਸਾਰਾ ਹੀ। ਇਹ ਅਰਦਾਸ ਕਰਿਆ ਕਰੇ ਵੀ ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ ਹੈ ਕਿ ਸਾਰੀ ਦੁਨੀਆ ਵਸਦੀ ਹੈ, ਗੁਰੂ ਨੇ ਮੈਨੂੰ ਕਿਉਂ ਸੇਵਾ ਬਖਸ਼ੀ ਹੈ। ਮੇਰੇ ਵੱਡੇ ਭਾਗ ਨੇ ਕਿ ਮੈਨੂੰ ਗੁਰੂ ਘਰ ਦੀ ਸੰਗਤ ਦੀ ਸੇਵਾ ਮਿਲ ਗਈ। ਟਹਿਲ ਮਹਿਲ ਤਾਂ ਕੋ ਮਿਲੈ, ਜਾਂ ਕੋ ਸਾਧ ਕਿਰਪਾਲ, ਸਾਧੂ ਸੰਗਤ ਤਉ ਬਸੈ, ਜੋ ਆਪਨ ਹੋਏ ਦਿਆਲ। ਆ ਤੁਸੀਂ ਪਿੰਡਾਂ 'ਚੋਂ ਜ਼ਿਆਦਾ ਆਏ ਹੋਏ ਹੋ, ਆ ਟਟੀਰੀ ਤਾਂ ਤੁਸੀਂ ਸਮਝਦੇ ਹੋ, ਇੱਧਰ ਟਟੀਰੀ ਕਹਿੰਦੇ, ਉੱਧਰ ਟਿਉਲੀ ਕਹਿੰਦੇ ਨੇ, ਹੈ ਉਹੀ ਨੇ। ਉਹ ਜਦੋਂ ਰਾਤ ਨੂੰ ਸੌਂਦੀ ਹੈ ਨਾ, ਉਹ ਪੈਰ ਉਤਾਂ ਨੂੰ ਕਰਕੇ ਪੈਂਦੇ ਵੀ ਰੱਬ ਨਾ ਡਿੱਗ ਜਾ ਕਿਤੇ। ਦੇਖ ਲਓ ਕਿੱਡੇ ਕਿੱਡੇ ਪਿੱਲਰ ਨੇ ਉਹਦੇ। ਆਹੀ ਭੁਲੇਖਾ ਆਪਾਂ ਨੂੰ ਪਿਆ ਹੋਇਆ ਵੀ ਰੱਬ ਆਪਾਂ ਥੰਮਾਂਗੇ ਹੁਣ। ਉਹ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਅਰਦਾਸ ਕਰਿਆ ਕਰੋ ਮਹਾਰਾਜ ਦੇ ਚਰਨਾਂ 'ਚ ਵੀ ਮਹਾਰਾਜ ਭਲਾ ਕਰਦੀ। ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਧੱਕੇ ਖਾਂਦੇ ਫਿਰਦੇ ਆ ਪਹਿਲਾਂ ਹੀ, ਹੁਣ ਬਖਸ਼ ਦਿਓ ਮਹਾਰਾਜ। ਇਸ ਕਰਕੇ ਪ੍ਰਿਥੀ ਚੰਦ ਕਹਿੰਦਾ ਮਹਾਰਾਜ ਜੇ ਮੈਂ ਵੀ ਲਾਹੌਰ ਤੁਰ ਗਿਆ ਫਿਰ ਸੇਵਾ ਸੰਭਾਲ ਕੌਣ ਕਰੇਗਾ? ਉਹ ਮਹਾਰਾਜ ਕਹਿੰਦੇ ਉਹ ਪ੍ਰਿਥੀ ਚੰਦ ਜਾ, ਤੂੰ ਸਾਡਾ ਬਚਨ ਮੰਨ, ਗੁਰੂ ਜੀ ਤੋਂ ਮਰਜ਼ੀ ਸੇਵਾ ਕਰਾ ਲਊ। ਕਹਿੰਦਾ ਮੈਂ ਨਹੀਂ ਜਾ ਸਕਦਾ। ਇੱਕ ਉੱਤੋਂ ਨਮਸਕਾਰ ਕਰਨੀ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਉਹਦੀ ਹਰ ਗੱਲ ਕੱਚੀ, ਅੰਦਰ ਹੋਰ ਗੱਲਾਂ ਚੱਲਦੀਆਂ ਨੇ, ਉੱਤੋਂ ਨਮਸਕਾਰ ਵੀ ਕਰਦਾ ਹੈ। ਮਹਾਰਾਜ ਕਹਿੰਦੇ ਨਮਸਕਾਰ ਕੀਤਿਆਂ ਗੱਲ ਨਹੀਂ ਬਣਨੀ। ਇਹ ਤਾਂ ਜਿਹੜਾ ਅਪਰਾਧੀ ਬੰਦਾ ਉਹ ਜ਼ਿਆਦਾ ਮਹਾਰਾਜ ਕਹਿੰਦੇ ਝੁਕ ਝੁਕ ਕੇ ਸਲਾਮ ਕਰਦਾ। ਕਿਉਂ? ਪ੍ਰਮਾਣ ਦਿੱਤਾ ਕਿਉਂ? ਜਿਹੜਾ ਸ਼ਿਕਾਰੀ ਹੁੰਦਾ ਨਾ ਮਿਰਗ ਨੂੰ ਮਾਰਨ ਵਾਲਾ, ਉਹ ਕੂਣੀਆਂ 'ਤੇ ਤੁਰਦਾ ਵੀ ਜੇ ਮੈਂ ਖੜਾ ਹੋਇਆ ਉਹਨੇ ਭੱਜ ਜਾਣਾ, ਖੜਕਾ ਹੋਇਆ।
अपराधी दूना निवै जो हंता मिर गाहे। जिन्हें मारना हुंदा ना मिरग नूं, वो करोलिंग करते हैं फौजी सिंह, कहते हैं करोलिंग कूणियां ते तुरदा है। जे उठ के खड़ा होया उन्हें भज जाना। कहते वो तो ज़्यादा झुक रहा तेरे नालों, पर मनसा अंदर होर है। जिन्हें झुकना सी वो नहीं झुकिया, बस झुक गया, फिर तेरा काम बन भी जाएगा। साध संग रह तवर का शवर कमावत, मन नी प्रीत मुखों गंढ लावत। ये हालत सी पिरथी चंद दी। महाराज कहते वो पिरथी चंद अज लाहौर जाना सी विआह ते, तू अज जवाब दे दिता ते कल नूं लाहौर तवी ते बहन जाना, फिर तू कदों जाएगा? तू ताजी जाना तो लाहौर ही सी ना, तवी ते बैठने भी जाना पैना, ते अज तू जवाब विआह तू ही दे गया। फिर महादेव जी नूं बुलाया। महादेव कहंदे जदों विआह कराया ही नहीं, फिर असीं किसी दे विआह ते की लैण जाना? साडे वर्गे फकरां ने इहो जिहियां खुशियां गमियां तो की लैणा? भावें बाद विच महादेव जी की शादी हुई है, वो फकर बिरती दे सी। भावें ब्रह्म ज्ञानी क्यों नहीं साध संग जी, पर उन्होंने भी बचन गुरु का मनना जरूरी है। एक दिन महापुरुषों ने उसी गुटका साहब लैके नितनेम करते देखिया, मन च आया कि इन्नी बंदगी इन्नी उच्ची अवस्था ते जाके भी अजे नितनेम करना बाकी है। गुटका साहब संतोख के सानू कहते उत्थे रख दे उच्ची जगह ते। साडे मन की जान के कहते चाहे ब्रह्म ज्ञानी क्यों नहीं, वक्त अखीर तक जो 5 प्यारिਆਂ तो हुक्म मिले है ना, उन्होंने मार दी हजूरी च सिੱਖੀ केसां ਸਵਾਸਾਂ नाल निभाउणी है। अखीरले सवास तक ना नितनेम छड्डना है, ना रहत बहत छड्डनी है, ते ना गुरु के हुक्म तो टस तो मस नहीं होना है। फिर जाके भेद होएगा। ਜਿਹੜਾ 5 ਬਾਣੀਆਂ ਪੜ੍ਹਨ ਲੱਗ ਜਾਓ ਗੁਰਦੁਆਰੇ ਨਿਤਨੇਮ ਤਾਂ ਆਪਾਂ ਕਰ ਹੀ ਲਿਆ, ਉੱਥੇ ਵੀ ਪਾਠ ਹੀ ਕਰਦੇ ਆ। ਇਹ ਵੀ ਸਿੱਖਾ ਤੇਰਾ ਨਿਤ ਕਰਮ ਹੈ। ਇਸ ਕਰਕੇ ਕਈ ਕਹਿੰਦੇ ਨੇ ਸਿਮਰਨ ਕਰੀਏ ਕਿ ਬਾਣੀ ਪੜ੍ਹੀਏ। ਸਿਮਰਨ ਵੀ ਕਰਨਾ ਹੈ। ਜੋ ਹੁਕਮ ਮਿਲਿਆ ਨਾ 5 ਪਿਆਰਿਆਂ ਦਾ ਮਾਰ ਦੀ ਜੂਰੀ 'ਚ, ਉਹ ਗੁਰੂ ਦਾ ਹੁਕਮ ਹੈ। ਬਾਕੀ ਤਾਂ ਤੁਹਾਨੂੰ ਕੋਈ ਸਲਾਹ ਦੇ ਸਕਦਾ, ਕੋਈ ਵਿਚਾਰ ਦੱਸ ਸਕਦਾ, ਪਰ ਉਦੋਂ ਉੱਪਰ ਕਿਸੇ ਦਾ ਹੁਕਮ ਨਹੀਂ ਹੈ। ਸਿਮਰਨ ਕਰੋ ਵੱਧ ਤੋਂ ਵੱਧ, ਬਾਣੀ ਦਾ ਅਭਿਆਸ ਵੱਧ ਤੋਂ ਵੱਧ ਕਰੋ। ਬਾਕੀ ਜੋ 5 ਪਿਆਰਿਆਂ ਨੇ ਉਪਦੇਸ਼ ਦਿੱਤਾ ਹੈ ਨਾ ਮਾਰ ਦੀ ਜੂਰੀ 'ਚ, ਉਹਨੂੰ ਵਕਤ ਅਖੀਰ ਤੱਕ ਕਮਾਉਣਾ ਹੁੰਦਾ ਹੈ। महादेव जी ने भी जवाब देता, भावें बिरती अवधूत सी। महाराज कहते सानू गिला तो कोई नहीं तेरे ते, पर तेरी तो अवस्था ये है, पर अंदरों भी वचन नहीं मन्निया है। फिर 5वें पातशाह महाराज ने बुलाया। अर्जन देव लाहौर जाना है, ये नहीं पूछा क्यों जी, की करन जाना जी? सत बचन महाराज जो गुरु ने कहा सत कहे तो बस काम तो इन्ना ही है। बुलिया गल तो बड़ी सवली है, अल पलली भी बड़ी है। जे समझन लग गए तो पल्ले भी कख नहीं पैंदा। बस सत बचन महाराज। उत्थे विआह भी शामिल होना है। विआह तो बाद उत्थे रह के सिक्खी का प्रचार करना है। जब तक बुलाइए ना उन्ना चिर आउणा नहीं है। गरीब नवाज मच्छी पानी तो बिना एक छिन नहीं रह सकती। आप दा हुक्म मेटिया नहीं जा सकता, पर आप दे दर्शनां तो बिना रहा भी नहीं जा सकता। किरपा करियो छेती बुला लियो। ये बेनती भी करते हैं महाराज दे चरनां विच। जिंद बचदी नहीं गुर शब्द बिना, बचदी नहीं गुर शब्द बिना।
जैसे नीर बिना मछली बचती नहीं, जिंद बचती नहीं गुर दर्शन बिना। जैसे नीर बिना मछली बचती नहीं, जिंद बचती नहीं गुर दर्शन बिना। जो मछली बिन पानी है, जो जीवन पावे मुन में होना छात्र को। छात्र को क्यों खातर पतावे नाल परंग विद्या, नाल परंग विद्या तन मुख उठावे। खबर लोभी कुसुमबास का लोभी कुसुमबास का मिले आप बतावे। जो संत जना हर प्रीत है एक दर्श खावे, जो मछली बिन पानी है। नमस्कार करके धन गुरु रामदास महाराज नूं सिहारी मल जी दे नाल लाहौर चले गए। ਵਿਆਹ ਦਾ ਦਿਨ ਆਇਆ, ਸ਼ਗਨਾਂ ਨਾਲ ਲੰਘ ਗਿਆ। ਧਰਮਸ਼ਾਲਾ ਵਿੱਚ ਰਿਹਾਇਸ਼ ਕਰਵਾ ਦਿੱਤੀ। 2 ਟਾਈਮ ਸੰਗਤ ਜੁੜਦੀ ਹੈ, ਲਾਹਾ ਲੈਂਦੀ ਹੈ। ਗੁਰੂ ਕਾ ਲੰਗਰ ਜਾਰੀ ਹੈ, ਸੰਗਤ ਲਾਹਾ ਲੈ ਰਹੀ ਹੈ। ਪਰ ਜਿਉਂ-ਜਿਉਂ ਦਿਨ ਵੱਧਦੇ ਜਾਂਦੇ ਨੇ ਤਿਉਂ-ਤਿਉਂ ਅੰਦਰ ਵਿਛੋੜੇ ਦਾ ਦੁੱਖ ਵੱਧਦਾ ਜਾਂਦਾ ਹੈ। ਸੋ ਸਾਧ ਸੰਗਤ ਜੀ ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ। ਇਹ ਦੁੱਖ ਜਿਹਨੇ ਦੇਖਿਆ ਹੋਵੇ, ਜਿਹਨੂੰ ਲੱਗਿਆ ਹੋਵੇ ਉਹਨੂੰ ਪਤਾ ਹੈ। ਜਿਸ ਸੰਤਰ ਪ੍ਰੀਤ ਪ੍ਰਮ ਕੀ, ਜਿਉਂ ਬੋਲਣ ਤਿਵੇਂ ਸੁਹਨ। ਇਹ ਤਾਂ ਜਿਹਨੂੰ ਲੱਗੀ ਹੋਵੇ ਸਾਧ ਸੰਗਤ ਜੀ, ਲਾਗੀ ਹੋਏ ਸੋ ਜਾਣੈ ਪੀਰ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਨਿਆਲੇ ਅਣੀਆਂ ਰਾਮ ਰਾਜ। ਜਿਸ ਅੰਤਰ ਪ੍ਰੀਤ ਪ੍ਰਮ ਕੀ ਸੋ ਜਾਣੈ ਜਰੀਆ। ਜੀਵਨ ਮੁਕਤ ਸੁਆਖਿਆ ਆਖੀਐ ਮਰ ਜੀਵੈ ਮਰੀਆ। ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁੱਤਰ ਤਰੀਆ। ਇਹ ਤਾਂ ਜਿਹਨੂੰ ਲੱਗੀ ਹੋਵੇ ਉਹਨੂੰ ਪਤਾ ਹੁੰਦਾ ਸਾਧ ਸੰਗਤ। ਵਿਛੋੜੇ ਦਾ ਦੁੱਖ ਅੰਦਰ ਵੱਧਦਾ ਜਾ ਰਿਹਾ ਹੈ। ਲਾਹੌਰ ਹੈ ਕਿ ਜਿਹੜੇ ਮਾਹਰ ਨੇ ਬਚਨ ਉਚਾਰੇ ਨੇ, ਮਿਲ ਮੇਰੇ ਪ੍ਰੀਤਮਾ ਜੀਓ, ਹਾਂ ਤੁਧ ਬਿਨ ਖਰੀ ਨਮਾਣੀ। ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੈ ਅੰਨ ਨਾ ਪਾਣੀ, ਪਾਣੀ ਅੰਨ ਨਾ ਭਾਵੈ, ਮਰੀਐ ਹਾਵੈ। ਬਿਨ ਫਿਰ ਕਿਉਂ ਸੁਖ ਪਾਈਐ, ਗੁਰ ਆਗੇ ਕਰੋ ਬਨੰਤੀ। ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ। ਆਪੇ ਮੇਲ ਲਏ ਸੁਖ ਦਾਤਾ, ਆਪ ਮਿਲਿਆ ਘਰ ਆਏ। ਨਾਨਕ ਕਾਮਣ ਸਦਾ ਸੁਹਾਗਣ, ਨਾ ਫਿਰ ਮਰੈ ਨਾ ਜਾਏ। ਉਡੀਨੀ ਉਡੀਨੀ ਉਡੀਨੀ, ਕਬ ਘਰ ਆਵੈ ਰੀ।
खंभ विकांदड़े जे लहां, किन्ना सावी तोल, तन जड़ाई अपने लहां सो सज्जन टोल। खंभ बाजार 'ਚ ਕਿਤੇ ਵਿਕਦੇ ਹੋਣ, ਜੜ ਕੇ ਸਰੀਰ ਨਾਲ ਉੱਡ ਕੇ ਜਾ ਕੇ ਮੈਂ ਦਰਸ਼ਨ ਕਰਿਆ। ਬੈਰਾਗ ਜਿਹੜੀਆਂ 9 ਨਿਸ਼ਾਨੀ ਬੈਰਾਗੀ ਪੁਰਸ਼ਾਂ ਦੀਆਂ ਦੱਸੀਆਂ ਨਾ, ਜਿਹਨੂੰ ਰੱਬ ਦੇ ਮਿਲਣ ਦੀ ਤੜਫ ਲੱਗ ਜਾਂਦੀ ਹੈ, ਉਹਦੀਆਂ 9 ਨਿਸ਼ਾਨੀਆਂ ਹੁੰਦੀਆਂ। ਆਸ਼ਕਾਰਾ 9 ਨਿਸ਼ਾਨੀਆਂ ਪਿਸਰ, ਰੱਬ ਦੇ ਆਸ਼ਕਾਂ ਦੀਆਂ 9 ਨਿਸ਼ਾਨੀਆਂ ਹੁੰਦੀਆਂ ਨੇ। ਰੰਗ ਜਰਦੋ ਆਹ ਸ਼ਰਦੋ ਚਸ਼ਮ ਤਰ, ਉਹਨਾਂ ਦੇ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ। ਰੰਗ ਜਰਦੋ ਆਹ ਸਰਦੋ, ਠੰਡੇ ਠੰਡੇ ਹੌਕੇ ਆਉਂਦੇ ਰਹਿੰਦੇ ਆ ਉਹਨਾਂ ਦੇ। ਚਸ਼ਮ ਤਰ, ਉਹਨਾਂ ਦੇ ਨੇਤਰਾਂ ਵਿੱਚੋਂ ਬਰਾਗ ਦਾ ਜਲ ਸੁੱਕਦਾ ਨਹੀਂ ਕਦੇ ਵੀ, ਨੇਤਰ ਤਰ ਰਹਿੰਦੇ ਨੇ। ਹਰ ਵੇਲੇ ਬਰਾਗ ਦਾ ਜਲ ਉਹਨਾਂ ਦੇ ਨੇਤਰਾਂ ਵਿੱਚ ਰਹਿੰਦਾ। ਕੰਮ ਖੁਰਦਨੋਂ ਕੰਮ ਗੁਪਤਨੋਂ ਖਾਵਸ਼ ਹਰਾਮ, ਉਹਨਾਂ ਦਾ ਖਾਣਾ ਘਟ ਜਾਂਦਾ ਹੈ, ਉਹਨਾਂ ਦਾ ਬੋਲਣਾ ਘਟ ਜਾਂਦਾ ਹੈ, ਉਹ ਫਿਰ ਆਰਾਮ ਵੀ ਘੱਟ ਕਰਦੇ ਨੇ। ਇੰਤਜ਼ਾਰੀ ਬੇਕਰਾਰੀ ਦਸਤ ਸਰ, ਉਹ ਪਰਮਾਤਮਾ ਦੇ ਮਿਲਣ ਦੀ ਇੰਤਜ਼ਾਰੀ 'ਚ ਬੈਠੇ ਰਹਿੰਦੇ ਨੇ। ਕੋਈ ਦੁਨੀਆ ਦੀ ਚੀਜ਼ ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਮੱਥੇ 'ਤੇ ਹੱਥ ਧਰ ਕੇ ਇਸ ਤਰ੍ਹਾਂ ਇਹ ਸਾਰੇ ਬਚਨ ਗੁਰੂ ਅਰਜਨ ਦੇਵ ਜੀ ਮਹਾਰਾਜ 'ਤੇ ਟੁਕਦੇ ਨੇ। ਕੋਠੇ 'ਤੇ ਬਹਿ ਕੇ ਲਾਹੌਰ ਤੋਂ ਅੰਮ੍ਰਿਤਸਰ ਦਾ ਰਾਹ ਤੱਕਦੇ ਰਹਿੰਦੇ ਨੇ। ਹੋ ਖੜੀ ਨਿਹਾਲੀ ਪੰਧ, ਮਤ ਮੂੰਹ ਸੱਜਣ ਆਵੇ। ਰਸਤਾ ਤੱਕ ਰਹੇ ਨੇ, ਕੋਈ ਗੁਰੂ ਮਹਾਰਾਜ ਦਾ ਭੇਜਿਆ ਗੁਰਮੁਖ ਸੱਜਣ ਆ ਰਿਹਾ ਹੋਵੇ, ਸੁਨੇਹਾ ਲੈ, ਕੋਈ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ। ਸੋ ਇਹ ਹਾਲਤ ਹੋ ਗਈ, ਨਾ ਭੁੱਖ ਲੱਗਦੀ ਹੈ, ਨਾ ਨੀਂਦ ਆਉਂਦੀ ਹੈ, ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ, ਚਿਹਰੇ ਦਾ ਰੰਗ ਪੀਲਾ ਪੈ ਗਿਆ। ਸੋ ਸਾਧ ਸੰਗਤ ਜੀ, ਭਗਤ ਫਰੀਦ ਜੀ ਦਾ ਵੀ ਆਪਾਂ ਸ਼ਲੋਕ ਪੜ੍ਹਦੇ ਹਾਂ। ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਅਜੈ ਸੁਰੱਬ ਨਾ ਬੌੜਿਓ ਦੇਖ ਬੰਦੇ ਦੇ ਭਾਗ। ਉਸ ਵੇਲੇ ਜਦੋਂ ਅਵਸਥਾ ਹੁੰਦੀ, ਫਿਰ ਸਰੀਰ 'ਤੇ ਚਿਹਰੇ ਦਾ ਰੰਗ ਕਾਲਾ ਹੋ ਜਾਂਦਾ, ਕਮਜ਼ੋਰ ਹੋ ਜਾਂਦਾ ਸਰੀਰ। ਉਹ ਫਿਰ ਸ਼ੀਸ਼ੇ ਅੱਗੇ ਖੜ੍ਹ ਕੇ ਚਿਹਰਾ ਥੋੜ੍ਹਾ ਦੇਖਦੇ ਰਹਿੰਦੇ ਨੇ, ਲੋਕੀ ਕੀ ਆਖਣਗੇ। ਲੋਕਾਂ ਨੇ ਕੀ ਆਖਣਾ, ਚੱਕ ਕੇ ਲੱਕੜ ਦੇ ਢੇਰ 'ਤੇ ਧਰ ਦੇਣਗੇ, ਹੋਰ ਕੀ ਆਖਣਾ ਉਹਨਾਂ ਨੇ। ਇਹਨੂੰ ਹੀ ਭੁਲੇਖਾ ਪਿਆ ਹੁੰਦਾ ਵੀ ਮੈਨੂੰ ਹੀ ਦੇਖਦੇ ਫਿਰਦੇ ਲੋਕ, ਪਤਾ ਨਹੀਂ। ਉਹ ਤੂੰ ਜਿਹਨੂੰ ਦੇਖਣਾ ਉਹਦੇ ਵੱਲ ਦੇਖ। ਆਪੀ ਪਰਮਾਤਮਾ ਤੈਨੂੰ ਮਨੁੱਖਾ ਜਨਮ ਦਿੱਤਾ ਹੈ। ਕਈ ਅੱਧਾ ਦਿਨ ਸ਼ੀਸ਼ੇ ਅੱਗੇ ਮੂੰਹ ਛਿੱਲੀ ਜਾਣਗੇ ਖੜ੍ਹੇ। ਜੋ ਪਰਮਾਤਮਾ ਨੇ ਬਣਾ ਤਾ ਉਦੋਂ ਹੋਰ ਕੁਛ ਨਹੀਂ ਹੁੰਦਾ ਇਹਨੂੰ। ਇਹ ਮਿਲਿਆ ਤਾਂ ਨਾਮ ਜਪਣ ਵਾਸਤੇ, ਇਹਨੂੰ ਭੁਲੇਖਾ ਪਿਆ ਹੋਇਆ ਪਤਾ ਨਹੀਂ ਮੈਂ ਹੀ ਦੁਨੀਆ 'ਤੇ ਆਇਆ, ਹੋਰ ਕੋਈ ਨਹੀਂ ਆਇਆ। ਸੋ ਸਾਧ ਸੰਗਤ ਜੀ, ਜਦੋਂ ਮਨ ਬੇਵਲ ਹੋ ਗਿਆ, ਫਿਰ ਕਾਗਜ਼ ਲੈ ਕੇ ਇੱਕ ਲਿਖ ਕੇ ਇੱਕ ਅੰਕ ਪਾ ਕੇ ਆਪਣੇ ਮਨ ਦੀ ਵੇਦਨਾ, ਆਪਣੇ ਮਨ ਦੀ ਅਵਸਥਾ ਅੱਖਰਾਂ ਦੁਆਰਾ ਕਾਗਜ਼ ਉੱਤੇ ਉਕਰਦੇ। ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚਦਾ, ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚਦਾ। ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ, ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚਦਾ।
ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ। ਪੜ੍ਹ ਕੇ ਕਿ ਗੁਰੂ ਰਾਮਦਾਸ ਮਹਾਰਾਜ ਬੁਲਾ ਕੇ ਗੁਰਤਾ ਗੱਦੀ ਨਾ ਦੇ ਦੇਣੇ। ਇਹ ਤਾਂ ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਪਹਿਲਾਂ ਲਿਖੀ ਹੋਈ ਹੈ। ਸਾਰੀ ਦੁਨੀਆ ਵੈਰ ਕਰੀ ਜਾਏ ਇੱਕ ਪਾਸੇ ਹੋ ਕੇ, ਸਾਰੀ ਦੁਨੀਆ ਕੱਖ ਨਹੀਂ ਵਿਗਾੜ ਸਕਦੀ ਉਹਦਾ ਸਾਥ ਸੰਗੀ। ਇਹ ਤਾਂ ਲਿਖੀਆਂ ਹੋਈਆਂ ਨੇ। ਇਹ ਤਾਂ ਗੁਰੂ ਅਮਰਦਾਸ ਮਹਾਰਾਜ ਬਚਨ ਕਰਕੇ ਸੀ, ਦੋਇ ਥਾ ਬਾਣੀ ਕਾ ਬੋਇ ਥਾ। ਗੁਰੂ ਅਮਰਦਾਸ ਮਹਾਰਾਜ ਜੀ ਪਹਿਲਾਂ ਹੀ ਬਚਨ ਕਰਕੇ, ਇਹ ਤਾਂ ਲਿਖੀ ਹੋਈ ਹੈ, ਕੋਈ ਨਹੀਂ ਇਹਨੂੰ ਮੇਟ ਸਕਦਾ ਹੁਣ। ਚਾਹੇ ਜਿੰਨਾ ਮਰਜ਼ੀ ਕੋ ਵੈਰ ਵਿਰੋਧ ਕਰੀ ਜਾਏ, ਆ ਵੀ ਅੱਗੇ ਬਹਿ ਜਾਂਦੇ ਨੇ ਤੇ ਫਿਰ ਆਰਾਮ ਨਾਲ। ਉਹ ਪੱਤਰਕਾ ਆਪਣੀ ਜੇਬ 'ਚ ਪਾ ਲਈ, ਆਪਣੇ ਕੋਲੋਂ ਹੀ ਕਹਿ ਤਾ ਹੁਕਮ, ਕਈ ਆਪਣੇ ਕੋਲੋਂ ਹੀ ਬਣਾ ਲੈਂਦੇ ਨੇ। ਤੈਨੂੰ ਮਹਾਰਾਜ ਦਾ ਹੁਕਮ ਹੈ, ਬੜੇ ਆਪਣੇ ਕੋਲੋਂ ਹੀ ਬਣਾਈ ਜਾਂਦੇ ਹੁੰਦੇ। ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ, ਜੇ ਲਾਹੌਰ ਹੀ ਰਹਿਣਾ ਹੈ, ਜਦ ਬੁਲਾਵਾਂਗੇ ਫੇਰ ਆਇਓ। ਉਹ ਸਿੱਖ ਨੇ ਆ ਕੇ ਇਸ ਤਰ੍ਹਾਂ ਹੀ ਕਹਿ ਤਾ, ਮਹਾਰਾਜ ਗੁਰੂ ਰਾਮਦਾਸ ਮਹਾਰਾਜ ਦਾ ਹੁਕਮ ਹੈ, ਜੇ ਲਾਹੌਰ ਹੀ ਰਹਿਣਾ, ਜਦ ਬੁਲਾਵਾਂਗੇ ਫੇਰ ਆਇਓ। ਦਿਨ ਬੀਤਦੇ ਜਾਂਦੇ ਹੈ, ਉਹ ਵਿਛੋੜੇ ਦਾ ਦੁੱਖ ਵੱਧਦਾ ਜਾਂਦਾ ਹੈ। ਫਿਰ ਦੂਸਰੀ ਪੱਤਰਕਾ ਲਿਖਦੇ ਆਪਣੇ ਮਨ ਦੇ ਖਿਆਲ। ਤੇਰਾ ਮੁਖੜਾ ਸੁਹਾਵਾ ਸੱਚੇ ਪਾਤਸ਼ਾਹ, ਸਹਿਜ ਧੁਨ ਤੇਰੀ ਬਾਣੀ ਹੈ। ਮੁਖੜਾ ਸੁਹਾਵਾ ਮੇਰੇ ਮਾਲਕਾ, ਸਹਿਜ ਧੁਨ ਤੇਰੀ ਬਾਣੀ ਹੈ। ਤੇਰਾ ਮੁਖੜਾ ਸੁਹਾਵਾ, ਤੇਰਾ ਮੁਖੜਾ ਸੁਹਾਵਾ ਸੱਚੇ ਪਾਤਸ਼ਾਹ। ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ। ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ। ਹਉ ਘੋਲੀ ਹਉ ਘੋਲ ਕਮਾਈ, ਗੁਰ ਸੱਜਣ ਮੀਤ ਮਰਾਰੇ ਜੀ। ਇਹ ਪੱਤਰਕਾ ਲੈ ਕੇ ਸਿੱਖ ਲਾਹੌਰ ਤੋਂ ਅੰਮ੍ਰਿਤਸਰ ਪਹੁੰਚਿਆ। ਪਿਰਥੀ ਚੰਦ ਨੇ ਦੇਖ ਲਿਆ ਉਹੀ ਸਿੱਖ ਹੈ। ਸੇਵਾਦਾਰ ਭੇਜ ਕੇ ਬੁਲਾਇਆ, ਪੱਤਰਕਾ ਲੈ ਕੇ ਪੜ੍ਹੀ, ਦੁਖੀ ਹੋਇਆ ਮਨ 'ਚ। ਸਵੇਰੇ ਸਾਨੂੰ ਮਿਲੀ, ਜੋ ਮਹਾਰਾਜ ਦਾ ਹੁਕਮ ਹੋਏਗਾ ਤੈਨੂੰ
दस देंगे अपने कोलों ही हुक्म बना के कहता महाराज कहते उत्थे ही रहना जे। मुड़ आया सिख, पुछया सिखा गुरु रामदास महाराज दे जाके हजूरी च पत्रिका भेटा कीतियां सी? नहीं महाराज, तुहाडे वड्डे भरा ने मेरे तो लै लिया सी। जाणदे सी कपटी है, रखालू है, दुविधा दा भरिया होया हिरदा। जिन्नी पदार्थवादी बिरती हुंदी है उन्नी रखालू हुंदी है साध संगत। जिहदे कोल ज़्यादा ने उहदे नाल ईरखा, जिहदे कोल थोड़े ने उहदे नाल हंकार। सवेरे खरीद लांगे जे बोलिया देख ली। जिहदे कोल ज़्यादा ने उन्होंने ਉਂਝ ਈਰਖਾ नाल देखते। ये बनया रहिंदा काम। जदों फिर गुरु के उपदेश से चल के शब्द नाल बाणी नाल जुड़दा है, फिर ये अंदर सही टिका होंदा। उन्ना चिर तां फिर कड़ाही दे विच जिवें दाणे भुजदे हैं दी हालत इस तरह की बनी रहिंदी है साध संगत। सो आओ फिर महाराज ने तीसरी पत्रिका लिखी, तीसरा अंक पा के तो सिख नूं फिर दिंदे, नाले अपने मन की वेदना उहदे विच लिखदे महाराज। एक घड़ी ना मिलते जी कल युग होता, कल युग होता। घड़ी ना मिलते जी कल युग होता, कल युग होता। घड़ी ना मिलते जी कल युग होता, कल युग। एक घड़ी ना मिलते कल युग होता, कल युग होता। घड़ी ना मिलते तां कल युग होता। हुण कद मिलिया प्रै तुद भगवंता। मोहे रहन ना विहावै नींद ना आवै। बिन देखे गुर दरबारे जियो, हों घोली जियो घोल कमाई। ते सच्चे गुर दरबारे जी हदायत की, मंगे भी पिरथी चंद तां भी नहीं देनी उन्होंने पत्रक। सिख चल के लाहौर तो श्री अंबरसर गुरु रामदास महाराज के चरणों च पहुँचे। भावें बुलाया पिरथी चंद ने अपना सेवादार भेज भी चिट्ठी जाके पिरथी चंद नूं दे। उस सिख कहंदा पिरथी चंद कोई वो पोस्ट थोड़ा जिहदे विच चिट्ठी पाउंदे हुंदे ने डाकियां वाली। मैनूं गुरु रामदास महाराज का हुक्म है, जा गुरु अर्जन देव जी महाराज का हुक्म है, जाके गुरु रामदास महाराज दे हजूरी भेटा कीती जाके। अंतरजामी सब विद जाणदा है, दस्सण दी लोड़ नहीं हुंदी। उत्थे ना चलाकी चलदी हुंदी, वो तां घट घट के अंतर की जानदा, बिना बोलिया सब कुछ जानदा, सब कुछ जानदा साध संगत जी। सो आओ बाबा बुढ़ा साहिब जी ने 5 सिख भेजे। चल के बाबा बुढ़ा साहिब जो आ रहे सी, देखिया गुरु अर्जन देव जी महाराज कोठे दे राह तक करे, दौड़ के गए, गल लग के मिले। बड़ी छेती तैयारी करके लाहौर तो श्री अंबरसर साहिब आके गुरु रामदास महाराज के चरणों ते सिर रखिया। बराग दा जल नेत्र वह तुरे चरण धो दिते, धीर दे के कोल बिठाया। कहंदे तीसरा अंक पाया होया चिट्ठी उत्ते जी महाराज 2 पहलां भेजियां, मिलियां नहीं आप जी नूं। महाराज कहंदे नहीं। उस सिख नाल ही सी, कहंदा महाराज पिरथी चंद ने लै लिया सी मेरे तो। पिरथी चंद खूह ते इशनान कर रहा सी, कोई सेवादार वस्त्र फड़ी खड़ा सी, कोई इशनान कराई जांदा सी।
सिख ने जाके आख्या बाबा जी तुहानूं गुरु रामदास महाराज ने बुलाया। पिरथी चंद ने सोचा भी होर काहदे वास्ते बुलाया, हुण गुरता गद्दी दे तिलक लाउणा होना है तां ही बुला रहे ने। काली काली तैयार हो के आया। अगे जब गुरु अर्जन देव जी नूं बैठिया देखिया, मूड होर तरह का हो गया। वड्डा भरा जान के गुरु अर्जन देव जी महाराज ने मत्था टेकिया। उतले मन वो भी मिलिया, बैठ गए। पिरथी चंद तेरे कोल चिट्ठियाँ आईयां लाहौर तो अर्जन देव दियाँ? नहीं महाराज कोई चिट्ठी नहीं आई मेरे को। जदों सिख की शरधा उठती है पहली निशानी झूठ बोलन लग जाता। बस जिड्डी मर्जी वो तो भुल हो जाए, वो जाके सतपुरुषों को अपनी मिथ्या बयान कर दे, उस वेले ही खेमा हो जाती, उस वेले ही मन तो उतर जाती है। जदों पंज प्यारे पुछदे क्यों की करैत की दस दिंदा, उस वेले ही खेमा हो जाता। जिन्ना लुकाउंदा है उन्ना ही वधदा जांदा काम। फिर बख्शण नूं थां नहीं हुंदा है भी जिहड़ी थंधिआई नाल मैल पै जाए फिर साबण नहीं काम करदी उत्थे साध संग। उन्होंने ये हुंदा मेरा पता नहीं मैं चलाक बड़ा। ये तो डंगर भी समझ लेंदे ने तुरे जांदे बंदे नूं भी तुरदा किवें, वो भी समझ लेंदे। आपां तां फिर भी चलो इंसान आ, वैसे पूरा तो उही हुंदा जिहड़ा बंदगी करदा है। बाकी शरीर करके तो आपां इंसान ही खवाने ना। बाणी ने बंदा उन्होंने आखे जिहड़ा बंदगी करने वाला, दूजे नूं बंदा खवाउण दा ही अधिकार नहीं है। सो साध संगत जी झूठ बोलिया। चिट्ठी तो आई कोई नहीं महाराज, मेरे कोल तां कोई चिट्ठी नहीं आई। सिख भेजिया इहदी घर वाली करमों पिरथी चंदे जा उहदे कोल इस रंग दा इहदा चोला लेके आ। लिआंदा, ये तेरा चोला है? हाँ महाराज मेरे ही है। इहदी जेब चों चिट्ठियां कढ के दे। गुरु तो पढ़दा किवें पाऊगा साध संगत जी। चिट्ठियां कढ के कहंदा अर्जन देव दियां नहीं तो मेरियां ने, कि बहुतियां लिखणियां जानदा है। ढीठ हो गया ना फिर, क्यों फिर तो थल्ले नूं जाई जाना। गारे च गड़ गया, जिन्ना हिलदा थल्ले नूं जांदा। फिर ये तो गुरु ये खिच के फिर कढ़ देवे, नहीं तो वह हीला कोई नहीं हुंदा। बस महाराज कहंदे चल ये भी मान लैने आ तेरियां होणगियां। 3 पद शब्द लिखे गए, चौथा रहिंदा है। तू 4 के पूरा कर दे, असी समझांगे तेरियां ही ने। हुण जिथे कपट है, जिथे ईरख है, जिथे दुबदा दा भरिया हिरदा, उत्थे भावें जिन्ना मर्जी जबान दा वैगुरू वैगुरू राम 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 वो गल दे उत्ते उत्ते रहेगा, अंदर नहीं जाएगा। अंदर थां ही नहीं है जाण नूं। भांडा खाली होगा तां जाऊगा, अंदर वस्तु पेगी। अंदर तो पहले ही भरिया होया। चुप कर गया, नीवी पा ली। महाराज कहंदे अर्जन देव चौथा पद उचारण करो। महाराज दे चरनां विच बैठ के, इहदे विच नानक शब्द आया चौथे पद विच। ये महाराज दी हजूरी च बैठ के उचारिया। 3 पदां विच नानक शब्द नहीं आया। मैं भागा वाला जी दर्शन हो गए दर्शन। मैं भागा वाला जी दर्शन हो गए दर्शन हो गए। जी मैं भागा वाला।
ਭਾਗ ਹੋਆ ਗੁਰ ਸੰਤ ਮਿਲਾਇਆ। ਵੱਡੇ ਭਾਗਾਂ ਕਰਕੇ ਸਾਨੂੰ ਸੰਤ ਬਾਬਾ ਬੁੱਢਾ ਸਾਹਿਬ ਆ ਕੇ ਮਿਲੇ। ਸੰਤ ਦਾ ਕੰਮ ਹੁੰਦਾ ਗੁਰੂ ਨਾਲ ਮਿਲਾ ਦੇਣਾ। ਬਸ ਜਿਹੜੇ ਸੰਤ ਆਪਣੇ ਨਾਲ ਮਿਲਾਉਂਦੇ ਨੇ, ਸਾਨੂੰ ਉਸ ਰਸਤੇ ਲੰਘਣ ਦਾ ਹੁਕਮ ਨਹੀਂ ਹੈ। ਬੁਲਾ ਕੇ ਲੰਘ ਜਾਣਾ ਚਾਹੀਦਾ 10 ਕਿਲੋਮੀਟਰ ਭਾਵੇਂ। ਜਿਹੜੇ ਆਪ ਗੁਰੂ ਨਾਲ ਜੁੜੇ ਨੇ ਅਤੇ ਸਾਨੂੰ ਗੁਰੂ ਨਾਲ ਜੋੜਦੇ ਨੇ, ਆਪਾਂ ਉਹਨਾਂ ਦੀ ਸੰਗਤ ਕੀਤੀ ਹੈ ਸਾਧ ਸੰਗਤ। ਬਾਕੀ ਆਪਣੇ ਤਾਂ ਸਾਰੇ ਹੀ ਚੰਗੇ ਨੇ, ਪਰ ਸਾਨੂੰ ਤਾਂ ਇਹੀ ਵੱਡਿਆਂ ਤੋਂ ਲੱਗ ਕੇ ਕਿ ਆਪ ਗੁਰੂ ਗ੍ਰੰਥ ਸਾਹਿਬ 'ਤੇ ਸ਼ਰਧਾ ਰੱਖਦੇ। ਬਾਣੀ ਪੜ੍ਹੋ ਭਾਈ, ਸ਼ਰਧਾ ਰੱਖੋ, ਸੇਵਾ ਸੰਗਤ ਕਰੋ। ਉਹਨਾਂ ਨੇ ਇਹ ਨਹੀਂ ਆਖਿਆ ਸੰਤਾਂ ਨੂੰ ਮੰਨੋ, ਸੰਤਾਂ ਨਾਲ ਜੁੜ ਜਾਓ। ਕਿਤੇ ਕਿਸੇ ਨੇ ਆਖਿਆ ਵੀ ਉੱਠ ਕੇ ਸੰਗਤ 'ਚ ਦੱਸ ਦਿਓ ਮੈਨੂੰ ਕਿਹਾ ਸੀ ਵੀ ਸਾਡੇ ਨਾਲ ਜੁੜ ਜਾ ਤੂੰ। ਕਹਿੰਦੇ ਭਾਈ ਬਾਣੀ ਨਾਲ ਜੁੜੋ, ਅੰਮ੍ਰਿਤ ਛਕੋ, ਬਾਣੀ ਦਾ ਵੱਧ ਤੋਂ ਵੱਧ ਨਿਤਨੇਮ ਕਰੋ। ਇਹ ਪੁੱਛਦੇ ਕਿੰਨਾ ਨਿਤਨੇਮ ਕਰਦਾ, ਸਿਮਰਨ ਕਿੰਨਾ ਕਰਦਾ ਹੁੰਦਾ। ਆਪਾਂ ਨਹੀਂ ਪੁੱਛਦੇ ਕਦੇ, ਕਿਉਂਕਿ ਆਪਾਂ ਕਰਨਾ ਹੀ ਨਹੀਂ ਪੁੱਛੀਗਾ ਤੋਂ। ਜਿਹੜੇ ਪਿੰਡ ਹੀ ਜਾਣਾ ਰਾਹ ਕਾਹਨੂੰ ਪੁੱਛਣਾ ਉਹਦਾ ਆਪਾਂ। ਇਸ ਕਰਕੇ ਅੱਗੇ ਪੁਰਾਣੇ ਸਿੰਘ ਪੁੱਛਦੇ ਹੁੰਦੇ ਕਿੰਨੇ ਵਜੇ ਉੱਠਦਾ ਹੁੰਦਾ ਹੈ, ਨਿਤਨੇਮ ਕਿੰਨਾ ਤੇਰਾ, ਕਿੰਨੀਆਂ ਮਾਲਾ ਮੂਲ ਮੰਤਰ ਦੀਆਂ, ਗੁਰ ਮੰਤਰ ਦੀਆਂ। ਹੁਣ ਹੋਰ ਕੁਛ ਪੁੱਛਦੇ ਨੇ, ਪੁੱਛਦੇ ਤਾਂ ਹੁਣ ਵੀ ਨੇ, ਹੋਰ ਕੁਛ ਪੁੱਛਦੇ ਹਨ। ਪੁੱਠਾ ਪਾਣੀ ਜਾ ਰਿਹਾ ਭੇਵੇ ਕੰਨੀ, ਗੰਗਾ ਦਾ ਜਾਣਾ ਤਾਂ ਹਰਿਦੁਆਰ ਨੂੰ ਸੀ। ਸੋ ਸਾਧ ਸਿੰਘ ਜੀ, ਇਹ ਮਹਾਰਾਜ ਨੇ ਫਿਰ ਚੌਥਾ ਪਦ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਉਚਾਰਿਆ, ਭਾਗ ਹੋਆ ਗੁਰ ਸੰਤ ਮਿਲਾਇਆ। ਗੁਰੂ ਨੇ ਸੰਤ ਮਿਲਾਇਆ। ਕਿਹੜਾ ਸੰਤ? ਬਾਬਾ ਬੁੱਢਾ ਸਾਹਿਬ। ਅਤੇ ਉਹਨਾਂ ਨੇ ਕੀ ਕਰਿਆ? ਪ੍ਰਭ ਅਬਿਨਾਸੀ ਘਰ ਮੈਂ ਪਾਇਆ, ਲਿਆ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਮਿਲਾਇਆ। ਸੇਵ ਕਰੀ ਪਲ ਚੱਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀ। ਹਉ ਘੋਲੀ ਜਿਉ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀ। ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ। ਗੁਰੂ ਰਾਮਦਾਸ ਮਹਾਰਾਜ ਨੇ 5 ਪੈਸੇ ਅਤੇ ਨਾਰੀਅਲ ਰੱਖਿਆ ਅੱਗੇ, 4 ਪ੍ਰਕਰਮਾਂ ਕੀਤੀਆਂ, ਮੱਥਾ ਟੇਕਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਤੇ, ਗੁਰੂ ਰਾਮਦਾਸ ਮਹਾਰਾਜ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਿਲਕ ਲਾ ਦਿੱਤਾ। ਆਪ ਮਹਾਰਾਜ ਗੋਇੰਦਵਾਲ ਸਾਹਿਬ ਚਲੇ ਗਏ। ਸੋ ਉੱਥੇ ਜਾ ਕੇ ਪ੍ਰਿਥੀ ਚੰਦ ਨੇ ਝਗੜਾ ਵੀ ਕੀਤਾ ਗੁਰੂ ਰਾਮਦਾਸ ਮਹਾਰਾਜ ਦੇ ਨਾਲ। ਮਹਾਰਾਜ ਕਹਿੰਦੇ ਕਾਹੇ ਪੂਤ ਝਗੜਤ ਹੋ ਸੰਗ ਬਾਪ। ਉਹ ਕਿਉਂ ਝਗੜਦਾ? ਇਹ ਤਾਂ ਪਰਮਾਤਮਾ ਵੱਲੋਂ ਜਿਹਨੂੰ ਮਿਲਣੀ ਹੈ ਦਾਤ ਪਹਿਲੇ ਲਿਖੀ ਹੋਈ। ਸੋ ਇਹ ਸਾਉਣ ਦਾ ਮਹੀਨਾ ਜਿਹੜਾ ਬੈਰਾਗੀ ਪੁਰਸ਼ਾਂ ਵਾਸਤੇ ਵੀ ਸੁੱਖ ਰੂਪ ਨਹੀਂ ਹੁੰਦਾ ਹੈ। ਸੋ ਅੱਜ ਦੇ ਦਿਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦਬਲਾਣ ਤੋਂ, ਭਾਵੇਂ ਥੋੜ੍ਹਾ ਚਿਰ ਪਹਿਲਾਂ ਰਾੜਾ ਸਾਹਿਬ ਵੀ ਮਹਾਰਾਜ ਰਹੇ ਨੇ ਸੇਵਾ, ਫਿਰ ਹੁਕਮ ਕੀਤਾ ਦਬਲਾਣ। ਬਹੁਤ ਲੰਮਾ ਸਮਾਂ, ਕੋਈ 22-24 ਸਾਲ ਲੰਗਰ ਦੀ ਸੇਵਾ ਕੀਤੀ ਉਹਨਾਂ ਨੇ। ਫਿਰ 24 ਜੁਲਾਈ ਨੂੰ ਅਤੇ 9 ਸਾਵਣ ਅੱਜ ਦੇ ਦਿਨ ਮਹਾਂਪੁਰਸ਼ ਇੱਥੇ ਆਏ ਸੀ। 20 ਸਾਲ ਮਹਾਰਾਜ ਰਹੇ ਆ। ਫਿਰ 83 ਤੋਂ ਲੱਗ ਕੇ 3 ਤੱਕ, ਜੁਲਾਈ 'ਚ ਆਏ ਸੀ, ਜੂਨ 'ਚ ਮਹਾਰਾਜ ਨੇ ਸਰੀਰ ਛੱਡਿਆ। 20 ਸਾਲ ਤੋਂ ਕੁਛ ਦਿਨ ਘੱਟ ਸੀ। ਇਹ ਸਾਡੇ ਭਲੇ ਵਾਸਤੇ ਆਪਾਂ ਨੂੰ ਮਹਾਂਪੁਰਸ਼ ਸਿੱਖੀ ਦੀ ਦਾਤ, ਸੇਵਾ ਸਿਮਰਨ ਦੀ ਜਿਨ੍ਹਾਂ ਨੂੰ ਬਖਸ਼ ਗਏ ਨੇ। ਸੇਵਕ ਦਾ ਫਰਜ਼ ਹੁੰਦਾ ਹੁਕਮ ਮੰਨਣਾ, ਗੁਰੂ ਦਾ ਫਰਜ਼ ਹੁੰਦਾ ਫਿਰ ਸਿੱਖ ਦਾ ਭਲਾ ਕਰਨਾ। ਜੇ ਆਪਾਂ ਹੁਕਮ ਮੰਨਾਂਗੇ ਤਾਂ ਫਿਰ ਉਹ ਆਪਣਾ ਫਰਜ਼ ਅਦਾ ਕਰਨਗੇ। ਸਾਧ ਸੰਗਤ, 100 ਹੁਕਮ ਮੰਨੀਏ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਉਹ ਕਿਤੇ ਨਹੀਂ ਜਾਂਦੇ ਹੁੰਦੇ, ਓਲਾ ਜਿਹਾ ਕਰ ਲੈਂਦੇ ਹੁੰਦੇ ਨੇ ਸਰੀਰ। ਅੱਜ ਵੀ ਜਿਹੜੇ ਸ਼ਰਧਾ ਨਾਲ ਆਉਂਦੇ ਨੇ, ਮਨੋਕਾਮਨਾ ਉਹਨਾਂ ਦੀਆਂ ਗੁਰੂ ਸਦਾ ਹੀ ਪੂਰੀਆਂ ਕਰਦਾ ਹੈ। ਮਨਸਾ ਧਾਰ ਜੋ ਘਰ 'ਤੇ ਆਵੈ, ਸਾਧ ਸੰਗ ਜਨ ਮਰਨ ਮਿਟਾਵੈ, ਸਗਲ ਮਨੋਰਥ ਪੂਰਨ ਹੋਵੈ, ਭੇਟਤ ਗੁਰਦ ਰਸਾਇਆ ਜੀਓ। ਸੋ ਗੁਰੂ ਵਾਲੇ ਬਣੀ ਅੱਜ 45 ਸਿੰਘਾਂ ਨੇ ਖੰਡੇ ਵੱਟ ਦਾ ਅੰਮ੍ਰਿਤ ਛਕਿਆ। ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ। ਬਾਕੀ ਜਿੰਨੇ ਜਥੇਦਾਰ ਮਹਾਂਪੁਰਸ਼ਾਂ ਦੇ ਆਏ ਨੇ, ਸਾਰਿਆਂ ਦਾ ਧੰਨਵਾਦ।
ਸੰਗਤ ਦੇ ਵਿੱਚ ਵਿਦਵਾਨ ਕਥਾਵਾਚਕ ਕੁਲਛੇਤਰ ਤੋਂ ਅਤੇ ਚੀਕਾ 9ਵੇਂ ਪਾਤਸ਼ਾਹ ਮਹਾਰਾਜ ਉਹ ਵੀ ਪਹੁੰਚੇ। ਉਹਨਾਂ ਦਾ ਵੀ ਧੰਨਵਾਦ ਸਾਰੀ ਸੰਗਤ ਦਾ। ਅਤੇ ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਦੀ ਕਿਰਪਾ ਨਾਲ ਆਪਾਂ ਇਹ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਵੀ ਸਾਨੂੰ ਆਪਣੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ ਅਤੇ ਬਖਸ਼ਦੇ ਰਹਿਣ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਸਤੋਤਰ ਵਿੱਚ ਬੋਲੋ। ਅਰਦਾਸ ਹੁਕਮਨਾਮਾ ਸਾਹਿਬ ਸਰਵਣ ਕਰਕੇ ਕੁਛ ਬੇਨਤੀਆਂ ਬਾਅਦ ਵਿੱਚ ਬਾਬਾ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਕਰਨਗੇ। ਫਿਰ ਸੰਗਤਾਂ ਨੇ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਛਕ ਕੇ ਖੁਸ਼ੀਆਂ ਲੈ ਕੇ ਫਿਰ ਬਾਣੀ ਪੜ੍ਹਦੇ ਜਾਣਾ, ਬਾਣੀ ਪੜ੍ਹਦੇ ਆਉਣਾ। ਬਸ ਇਹੀ ਸਤਸੰਗ ਦੀ ਨਿਸ਼ਾਨੀ ਹੁੰਦੀ ਹੈ। ਜਦੋਂ ਚੱਲਣਾ ਉਦੋਂ ਤੋਂ ਸਤਿਨਾਮ ਵਾਹਿਗੁਰੂ, ਕੋਈ ਬਾਣੀ ਦਾ ਪਾਠ, ਕੋਈ ਗੁਰੂ ਘਰ ਦੀ ਕਥਾ ਵਾਰਤਾ ਕਰਦੇ ਆਉਣਾ। ਘਰ ਦੇ ਖਿਆਲ ਛੱਡ ਕੇ ਉੱਥੋਂ ਘਰੋਂ ਫਿਰ ਤੁਰਨਾ। ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਈ, ਕੋਈ ਖਿਆਲ ਨਾਲ ਲੈ ਕੇ ਨਹੀਂ ਆਉਣਾ ਘਰ ਦੇ। ਜਦੋਂ ਜਾਵਾਂਗੇ ਫਿਰ ਤਾਂ ਚਲੋ ਉਰਾਂ ਹੀ ਮਿਲ ਪੈਣਗੇ, ਪਿੰਡ ਦੀ ਜੂਹ ਤੋਂ ਆ ਕੇ ਉਰਾਂ ਹੀ। ਇਸ ਕਰਕੇ ਇਹ ਨਿਸ਼ਾਨੀ ਹੈ ਗੁਰਸਿੱਖਾਂ ਦੀ। ਮਹਾਂਪੁਰਸ਼ ਕਹਿੰਦੇ ਟਰਾਲਿਆਂ 'ਚ ਆਉਂਦੇ ਬਾਣੀ ਪੜ੍ਹਦੇ ਜਾਇਆ ਕਰੋ, ਹਰ ਇੱਕ ਪਿੰਡ ਕੋਲ ਜਾ ਕੇ ਜਕਾਰਾ ਛੱਡਿਆ ਕਰੋ, ਪਤਾ ਲੱਗੇ ਗੁਰੂ ਕੀ ਸੰਗਤ ਗੁਰੂ ਨੂੰ ਦਰਸ਼ਨ ਕਰਕੇ ਆਈ ਹੈ। ਉਹਨਾਂ ਨੂੰ ਵੀ ਗੁਰੂ ਚੇਤੇ ਆ ਜਾਂਦਾ। ਹੁਣ ਚਲੋ ਗੱਡੀਆਂ 'ਚ ਆਉਂਦੇ, ਹੁਣ ਬਾਹਰ ਤਾਂ ਨਹੀਂ ਪਤਾ ਲੱਗਣਾ, ਸ਼ੀਸ਼ੇ ਬੰਦ ਹੁੰਦੇ ਆ। ਚਲੋ ਬਾਣੀ ਪੜ੍ਹਦੇ ਆਉਣਾ ਚਾਹੀਦਾ ਭਾਈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਰਾਮਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ ਗੋਬਿੰਦ ਸਿੰਘ ਸਾਹਿਬ, ਧੰਨ ਹੈ
ਸਾਹਿਬ ਜੀ ਧਨ ਹੈ। ਧਨ ਹੈ, ਧਨ ਹੈ, ਧਨ ਹੈ ਤੇਰਾ ਪੰਥ ਖਾਲਸਾ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ।